ਸੋ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 12ਵੀਂ ਜਮਾਤ ਦੇ ਵਿਸ਼ਾ ਕੰਪਿਊਟਰ ਸਾਇੰਸ ਦੇ ਚੈਪਟਰ ਨੰਬਰ 2 ਦੀ। ਜਿਵੇਂ ਕਿ ਅਸੀਂ ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਚੈਪਟਰ ਨੰਬਰ 1 ਨੂੰ 2 ਪਾਰਟਸ ਵਿੱਚ ਕਵਰ ਕੀਤਾ ਸੀ। ਅਗਰ ਤੁਸੀਂ ਉਹ ਵੀਡੀਓ ਦੇਖਣੀਆਂ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਦੇ ਲਿੰਕ ਵਿੱਚ ਜਾ ਕੇ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ। ਚੈਪਟਰ ਨੰਬਰ 2 ਦੀ ਅਸੀਂ ਗੱਲ ਕਰਦੇ ਹਾਂ, ਜਿਸ ਦਾ ਪੂਰਾ ਨਾਮ ਹੈ ਸੀ ਵਿੱਚ ਕੰਟਰੋਲ ਸਟੇਟਮੈਂਟਸ। ਜਿਵੇਂ ਕਿ ਤੁਸੀਂ ਪਿਛਲੇ ਸਾਲ ਸੀ ਭਾਸ਼ਾ ਦੇ ਬਾਰੇ ਬੇਸਿਕ ਇਨਫੋਰਮੇਸ਼ਨ ਹਾਸਲ ਕੀਤੀ ਸੀ ਕਿ ਸੀ ਭਾਸ਼ਾ ਕੀ ਹੁੰਦੀ ਹੈ ਅਤੇ ਉਸ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਹੈ। ਉਸੇ ਹੀ ਟੌਪਿਕ ਨੂੰ ਅੱਗੇ ਵਧਾਉਂਦਿਆਂ ਹੋਇਆਂ ਅਸੀਂ ਗੱਲ ਕਰਾਂਗੇ ਕਿ ਸੀ ਭਾਸ਼ਾ ਵਿੱਚ ਕਿਹੜੀਆਂ-ਕਿਹੜੀਆਂ ਕੰਟਰੋਲ ਸਟੇਟਮੈਂਟਸ ਹੁੰਦੀਆਂ ਨੇ, ਉਹਨਾਂ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਨੇ ਅਤੇ ਉਹਨਾਂ ਨੂੰ ਯੂਜ਼ ਕਿਵੇਂ ਕੀਤਾ ਜਾਂਦਾ ਹੈ। ਅਗਰ ਅਸੀਂ ਗੱਲ ਕਰਦੇ ਹਾਂ ਕਿ ਕੰਟਰੋਲ ਸਟੇਟਮੈਂਟਸ ਕੀ ਹੁੰਦੀਆਂ ਨੇ, ਤਾਂ ਕੰਟਰੋਲ ਸਟੇਟਮੈਂਟਸ ਤੋਂ ਭਾਵ ਤੁਹਾਡੇ ਪ੍ਰੋਗਰਾਮ ਦੇ ਵਿੱਚ ਕੁਝ ਅਜਿਹੀਆਂ ਸਟੇਟਮੈਂਟਸ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਆਪਣੇ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰ ਸਕਦੇ ਹੋ। ਐਗਜ਼ਾਮਪਲ ਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਸਟੇਟਮੈਂਟਸ ਨੂੰ ਚਲਾਉਣਾ ਚਾਹੁੰਦੇ ਹੋ ਅਤੇ ਕੁਝ ਸਟੇਟਮੈਂਟਸ ਨੂੰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ। ਸੋ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਸਟੇਟਮੈਂਟ ਨੂੰ ਚਲਾਓ ਅਤੇ ਕਿੰਨਾ ਸਟੇਟਮੈਂਟਸ ਨੂੰ ਸਕਿਪ ਕਰੋ। ਅਜਿਹਾ ਕੰਮ ਕਰਨ ਲਈ ਤੁਸੀਂ ਕਈ ਪ੍ਰਕਾਰ ਦੀਆਂ ਕੰਟਰੋਲ ਸਟੇਟਮੈਂਟਸ ਯੂਜ਼ ਕਰਦੇ ਹੋ, ਜਿਨ੍ਹਾਂ ਵਿੱਚ ਬ੍ਰਾਂਚਿੰਗ, ਲੂਪਿੰਗ ਜਾਂ ਜੰਪਿੰਗ ਕੰਟਰੋਲ ਸਟੇਟਮੈਂਟਸ ਆਉਂਦੀਆਂ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦੇ ਵਿੱਚ ਜਦੋਂ ਅਸੀਂ ਕਿਸੇ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਦੇ ਹਾਂ, ਤਾਂ ਪ੍ਰੋਗਰਾਮ ਦੀ ਜੋ ਐਗਜ਼ੀਕਿਊਸ਼ਨ ਹੁੰਦੀ ਹੈ ਉਹ ਟੌਪ ਟੂ ਬੋਟਮ ਅਤੇ ਲੈਫਟ ਤੋਂ ਰਾਈਟ ਤੇ ਹੁੰਦੀ ਹੈ। ਯਾਨੀ ਕਿ ਤੁਹਾਡੇ ਪ੍ਰੋਗਰਾਮ ਦੀ ਜੋ ਫਸਟ ਸਟੇਟਮੈਂਟ ਹੋਏਗੀ, ਸਭ ਤੋਂ ਪਹਿਲਾਂ ਉਹ ਸਟੇਟਮੈਂਟ ਐਗਜ਼ੀਕਿਊਟ ਹੋਏਗੀ ਅਤੇ 1 ਬਾਏ 1 ਸਾਰੀਆਂ ਸਟੇਟਮੈਂਟ ਐਗਜ਼ੀਕਿਊਟ ਹੋਣਗੀਆਂ। ਕਿਸੇ ਖਾਸ ਪੈਟਰਨ ਦੇ ਵਿੱਚ ਕੁਝ ਖਾਸ ਸਟੇਟਮੈਂਟਸ ਨੂੰ ਪਹਿਲਾਂ ਚਲਾਉਣਾ ਚਾਹੁੰਦੇ ਹੋ ਜਾਂ ਬਾਅਦ ਵਿੱਚ ਚਲਾਉਣਾ ਚਾਹੁੰਦੇ ਹੋ, ਤਾਂ ਤੁਸੀਂ ਫਲੋ ਨੂੰ ਕੰਟਰੋਲ ਵੀ ਕਰ ਸਕਦੇ ਹੋ। ਸੀ ਭਾਸ਼ਾ ਵਿੱਚ ਕਈ ਪ੍ਰਕਾਰ ਦੀਆਂ ਪ੍ਰਭਾਵਸ਼ਾਲੀ ਕੰਟਰੋਲ ਸਟੇਟਮੈਂਟਸ ਹੁੰਦੀਆਂ ਨੇ। ਇਹਨਾਂ ਕੰਟਰੋਲ ਸਟੇਟਮੈਂਟ ਦੀ ਮਦਦ ਦੇ ਨਾਲ ਅਸੀਂ ਪ੍ਰੋਗਰਾਮ ਵਿੱਚ ਸਟੇਟਮੈਂਟਾਂ ਦੇ ਚੱਲਣ ਦੇ ਵਹਾਅ ਨੂੰ ਕੰਟਰੋਲ ਕਰ ਸਕਦੇ ਹਾਂ। ਜੇ ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਤੁਸੀਂ ਡਿਸਾਈਡ ਕਰਦੇ ਹੋ ਕਿ ਕਿਹੜੀ ਸਟੇਟਮੈਂਟ ਪਹਿਲਾਂ ਚੱਲੇ ਅਤੇ ਕਿਹੜੀ ਸਟੇਟਮੈਂਟ ਬਾਅਦ ਦੇ ਵਿੱਚ। ਆਮ ਤੌਰ 'ਤੇ ਸੀ ਭਾਸ਼ਾ ਦੇ ਵਿੱਚ ਅਸੀਂ 3 ਤਰ੍ਹਾਂ ਦੀਆਂ ਕੰਟਰੋਲ ਸਟੇਟਮੈਂਟ ਦੀ ਗੱਲ ਕਰਦੇ ਹਾਂ। ਨੰਬਰ 1 ਬ੍ਰਾਂਚਿੰਗ ਦੇ ਵਿੱਚ ਅਸੀਂ ਇਫ ਐਲਸ ਸਟੇਟਮੈਂਟਸ ਨੂੰ ਯੂਜ਼ ਕਰਦੇ ਹਾਂ। 4 ਤਰ੍ਹਾਂ ਦੀ ਆਮ ਤੌਰ 'ਤੇ ਇਫ ਐਲਸ ਸਟੇਟਮੈਂਟਸ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਵੀਡੀਓ ਦੇ ਅੱਗੇ ਕਵਰ ਕਰਾਂਗੇ। ਇਫ ਐਲਸ ਦੇ ਨਾਲ ਇੱਕ ਸਾਡੇ ਕੋਲ ਸਵਿਚ ਸਟੇਟਮੈਂਟ ਜਾਂ ਇਸ ਨੂੰ ਅਸੀਂ ਕੇਸ ਕੰਟਰੋਲ ਸਟੇਟਮੈਂਟ ਬੋਲਦੇ ਹਾਂ। ਸੈਕਿੰਡ ਜੋ ਕੰਟਰੋਲ ਸਟੇਟਮੈਂਟ ਦੀ ਕਿਸਮ ਹੈ ਉਸ ਨੂੰ ਅਸੀਂ ਬੋਲਦੇ ਹਾਂ ਲੂਪਿੰਗ ਦੇ ਵਿੱਚ ਅਸੀਂ 3 ਤਰ੍ਹਾਂ ਦੀਆਂ ਕੰਟਰੋਲ ਸਟੇਟਮੈਂਟ ਯੂਜ਼ ਕਰਦੇ ਹਾਂ, ਜਿਵੇਂ ਫੋਰ ਲੂਪ, ਵਾਈਲ ਲੂਪ ਅਤੇ ਡੂ ਵਾਈਲ ਲੂਪ। ਥਰਡ ਹੁੰਦੀਆਂ ਨੇ ਜੰਪਿੰਗ ਕੰਟਰੋਲ ਸਟੇਟਮੈਂਟਸ, ਜਿਨ੍ਹਾਂ ਦੇ ਵਿੱਚ ਬ੍ਰੇਕ, ਕੰਟੀਨਿਊ ਅਤੇ ਗੋ ਟੂ ਸਟੇਟਮੈਂਟਸ ਵਰਤੀ ਜਾਂਦੀ ਹੈ। ਇਹ ਤਿੰਨੋਂ ਹੀ ਕੰਟਰੋਲ ਸਟੇਟਮੈਂਟਸ ਨੇ ਜੋ ਸਾਡੇ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਬ੍ਰਾਂਚਿੰਗ ਦੇ ਵਿੱਚ ਇਫ ਸਟੇਟਮੈਂਟ ਅਤੇ ਇਫ ਐਲਸ ਸਟੇਟਮੈਂਟ ਦੀ ਗੱਲ ਕਰਾਂਗੇ। ਇਫ ਸਟੇਟਮੈਂਟ ਨੂੰ ਅਸੀਂ ਕੰਡੀਸ਼ਨ ਕੰਟਰੋਲ ਸਟੇਟਮੈਂਟ ਵੀ ਬੋਲਦੇ ਹਾਂ। ਉਹ ਇਸ ਕਰਕੇ ਬੋਲਿਆ ਜਾਂਦਾ ਕਿ ਜਦੋਂ ਅਸੀਂ ਇਫ ਸਟੇਟਮੈਂਟ ਨੂੰ ਯੂਜ਼ ਕਰਦੇ ਹਾਂ ਤਾਂ ਇਫ ਸਟੇਟਮੈਂਟ ਦੇ ਵਿੱਚ ਜਿੰਨੀਆਂ ਵੀ ਇਹਦੀਆਂ ਬ੍ਰਾਂਚਿਸ ਹੁੰਦੀਆਂ ਨੇ ਉਹ ਕਿਸੇ ਖਾਸ ਕੰਡੀਸ਼ਨ ਦੇ ਉੱਤੇ ਹੀ ਯੂਜ਼ ਕੀਤੀਆਂ ਜਾਂਦੀਆਂ ਨੇ। ਯਾਨੀ ਕਿ ਉਹਨਾਂ ਨੂੰ ਚਲਾਉਣ ਲਈ ਅਸੀਂ ਇੱਕ ਕੰਡੀਸ਼ਨ ਲਗਾਉਂਦੇ ਹਾਂ ਅਤੇ ਕੰਡੀਸ਼ਨ ਦੇ ਬੇਸ ਦੇ ਉੱਪਰ ਹੀ 2 ਜਾਂ 2 ਤੋਂ ਜ਼ਿਆਦੀਆਂ ਜਿੰਨੀਆਂ ਵੀ ਬ੍ਰਾਂਚਿਸ ਨੇ ਉਹਨਾਂ ਵਿੱਚੋਂ ਕੋਈ ਇੱਕ ਸਟੇਟਮੈਂਟ ਸਾਡੀ ਐਗਜ਼ੀਕਿਊਟ ਹੁੰਦੀ ਹੈ। ਇਹਨਾਂ ਸਟੇਟਮੈਂਟਾਂ ਨੂੰ ਫੈਸਲਾ ਕਰਨ ਵਾਲੀਆਂ ਸਟੇਟਮੈਂਟਸ ਵੀ ਕਿਹਾ ਜਾਂਦਾ ਹੈ। ਇਹਨਾਂ ਬਣਤਰਾਂ ਦੇ ਵਿੱਚ ਸਟੇਟਮੈਂਟਾਂ ਦੇ 2 ਜਾਂ 2 ਤੋਂ ਵੱਧ ਸੈੱਟ ਦਿੱਤੇ ਗਏ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੇਵਲ ਇੱਕ ਸੈੱਟ ਹੀ ਇੱਕ ਟਾਈਮ ਤੇ ਐਗਜ਼ੀਕਿਊਟ ਹੁੰਦਾ ਹੈ। ਕੰਡੀਸ਼ਨ ਕੰਟਰੋਲ ਸਟੇਟਮੈਂਟਾਂ ਲਈ ਅਸੀਂ ਸੀ ਪ੍ਰੋਗਰਾਮ ਵਿੱਚ ਇਫ ਐਲਸ ਦੀ ਵਰਤੋਂ ਕਰਦੇ ਹਾਂ। ਇਫ ਐਲਸ ਸਟੇਟਮੈਂਟਾਂ ਦੀ ਵਰਤੋਂ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਜਿਵੇਂ ਨੰਬਰ 1 ਸਾਡੀ ਸਿੰਪਲ ਇਫ, ਨੰਬਰ 2 ਇਫ ਐਲਸ ਸਟੇਟਮੈਂਟ, ਨੰਬਰ 3 ਇਫ ਐਲਸ ਇਫ ਸਟੇਟਮੈਂਟ ਅਤੇ ਨੰਬਰ 4 ਨੈਸਟਡ ਇਫ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਸਧਾਰਨ ਇਫ ਸਟੇਟਮੈਂਟ ਦੀ। ਇਹ ਇਫ ਐਲਸ ਸਟੇਟਮੈਂਟਾਂ ਦਾ ਸਭ ਤੋਂ ਇੱਕ ਸਧਾਰਨ ਰੂਪ ਹੈ। ਇਫ ਸਟੇਟਮੈਂਟ ਟੈਸਟ ਕੰਡੀਸ਼ਨ ਦਾ ਮੁਲਾਂਕਣ ਕਰਦੀ ਹੈ ਅਤੇ ਕੰਮਾਂ ਦੇ ਸਮੂਹ ਨੂੰ ਸਿਰਫ ਉਸੇ ਹੀ ਸਮੇਂ ਚਲਾਵੇਗੀ ਜਿਸ ਸਮੇਂ ਸਾਡੀ ਕੰਡੀਸ਼ਨ ਦਾ ਜੋ ਰਿਜ਼ਲਟ ਹੈ ਅਗਰ ਟਰੂ ਹੁੰਦਾ ਹੈ। ਅਗਰ ਤਾਂ ਸਾਡੀ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਇਸ ਸਟੇਟਮੈਂਟ ਦਾ ਜੋ ਟਰੂ ਪਾਰਟ ਹੈ ਉਹ ਐਗਜ਼ੀਕਿਊਟ ਹੋਏਗਾ। ਅਗਰ ਸਾਡੀ ਕੰਡੀਸ਼ਨ ਜੋ ਫਾਲਸ ਹੁੰਦੀ ਹੈ ਤਾਂ ਇਸ ਦਾ ਕੋਈ ਵੀ ਫਾਲਸ ਪਾਰਟ ਨਹੀਂ ਹੁੰਦਾ ਜੋ ਐਗਜ਼ੀਕਿਊਟ ਹੋਵੇ। ਸਾਡੇ ਜੋ ਪ੍ਰੋਗਰਾਮ ਦਾ ਕੰਟਰੋਲ ਹੈ ਉਹ ਅੱਗੇ ਚਲਾ ਜਾਂਦਾ ਹੈ।
ਜਿਵੇਂ ਅਸੀਂ ਸਿੰਟੈਕਸ ਵਿੱਚ ਦੇਖਦੇ ਹਾਂ ਕਿ ਇਫ ਨੂੰ ਕਿਵੇਂ ਲਿਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਇਫ, ਬ੍ਰੈਕਟ ਦੇ ਵਿੱਚ ਅਸੀਂ ਉਹ ਵਾਲੀ ਕੰਡੀਸ਼ਨ ਨੂੰ ਟਾਈਪ ਕਰਦੇ ਹਾਂ ਜਿਸ ਕੰਡੀਸ਼ਨ ਦੇ ਬੇਸ ਦੇ ਉੱਪਰ ਅਸੀਂ ਇਸ ਦੇ ਟਰੂ ਪਾਰਟਸ ਨੂੰ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ। ਲਿਖਣ ਤੋਂ ਬਾਅਦ ਇਸ ਦੀ ਜੋ ਬੋਡੀ ਸਟਾਰਟ ਹੁੰਦੀ ਹੈ, ਅਤੇ ਬੋਡੀ ਦੇ ਵਿੱਚ ਅਸੀਂ ਉਹ ਸਾਰੀਆਂ ਸਟੇਟਮੈਂਟਸ ਨੂੰ ਐਡ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਕੰਡੀਸ਼ਨ ਦੇ ਟਰੂ ਹੋਣ 'ਤੇ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ। ਇਸ ਵਿੱਚ ਇੱਕ ਸਟੇਟਮੈਂਟ ਵੀ ਹੋ ਸਕਦੀ ਹੈ ਅਤੇ ਇੱਕ ਤੋਂ ਜ਼ਿਆਦਾ ਸਟੇਟਮੈਂਟ ਵੀ ਹੋ ਸਕਦੀਆਂ ਹਨ। ਐਗਜ਼ਾਮਪਲ ਦੇ ਤੌਰ 'ਤੇ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ, ਜਿਵੇਂ ਅਸੀਂ ਸੀ ਦਾ ਇੱਕ ਪ੍ਰੋਗਰਾਮ ਬਣਾਇਆ ਹੈ ਜਿਸ ਵਿੱਚ ਵਾਇਡ ਮੇਨ ਇੱਕ ਫੰਕਸ਼ਨ ਹੈ ਜਿਸ ਵਿੱਚ ਅਸੀਂ ਇੱਕ ਇੰਟੀਜਰ ਮਾਰਕਸ ਨਾਂ ਦਾ ਇੱਕ ਵੇਰੀਏਬਲ ਲਿਆ। ਪ੍ਰਿੰਟਐਫ ਇੱਕ ਮੈਸੇਜ ਪ੍ਰਿੰਟ ਕਰੇਗਾ ਐਂਟਰ ਮਾਰਕਸ, ਅਤੇ ਅਸੀਂ ਸਕੈਨਐਫ ਦੀ ਮਦਦ ਦੇ ਨਾਲ ਉਹਨਾਂ ਮਾਰਕਸ ਨੂੰ ਐਂਟਰ ਕਰਵਾ ਲਵਾਂਗੇ। ਇਫ ਦੇ ਬੇਸ ਦੇ ਉੱਪਰ ਅਸੀਂ ਇੱਕ ਕੰਡੀਸ਼ਨ ਲਗਾਉਂਦੇ ਹਾਂ ਕਿ ਅਗਰ ਤਾਂ ਸਾਡੀ ਮਾਰਕਸ ਦੀ ਜੋ ਵੈਲਿਊ ਹੈ ਉਹ 33 ਦੇ ਇਕੁਅਲ ਜਾਂ 33 ਤੋਂ ਜ਼ਿਆਦਾ ਹੁੰਦੀ ਹੈ ਤਾਂ ਸਾਡੀ ਸਕਰੀਨ ਉੱਪਰ ਪ੍ਰਿੰਟ ਹੋਵੇ ਪਾਸ, ਅਦਰਵਾਈਜ਼ ਸਾਡੀ ਸਕਰੀਨ ਉੱਪਰ ਕੁਝ ਵੀ ਪ੍ਰਿੰਟ ਨਾ ਹੋਵੇ। ਉਦਾਹਰਨ ਤੌਰ 'ਤੇ ਇਸ ਦਾ ਜੋ ਆਊਟਪੁੱਟ ਆਏਗੀ, ਜਿਵੇਂ ਅਸੀਂ ਸਕਰੀਨ ਦੇ ਉੱਪਰ ਦੇਖ ਰਹੇ ਹਾਂ, ਐਂਟਰ ਮਾਰਕਸ ਅਸੀਂ ਟਾਈਪ ਕੀਤਾ 33, ਅਤੇ ਸਾਡੀ ਜੋ ਨੈਕਸਟ ਸਟੇਟਮੈਂਟ ਸੀ ਜੋ ਕੰਡੀਸ਼ਨ ਟਰੂ ਹੋਣ 'ਤੇ ਚੱਲੇਗੀ ਉਹ ਸੀ ਪਾਸ। ਅਗਰ ਤਾਂ ਇਸ ਦੀ ਵੈਲਿਊ 33 ਤੋਂ ਘੱਟ ਹੁੰਦੀ ਤਾਂ ਸਾਡੀ ਸਕਰੀਨ ਉੱਪਰ ਕੁਝ ਵੀ ਐਗਜ਼ੀਕਿਊਟ ਨਹੀਂ ਸੀ। ਨੈਕਸਟ ਜੋ ਸਾਡੀ ਕੰਟਰੋਲ ਸਟੇਟਮੈਂਟ ਹੈ ਉਸ ਨੂੰ ਅਸੀਂ ਬੋਲਦੇ ਹਾਂ ਇਫ ਐਲਜ਼ ਸਟੇਟਮੈਂਟ। ਇਫ ਐਲਜ਼ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਵਿੱਚ ਇਫ ਬਲਾਕ ਵਿਚਲੀਆਂ ਸਟੇਟਮੈਂਟਸ ਸਿਰਫ ਉਸੇ ਸਮੇਂ ਚਲਾਈਆਂ ਜਾਂਦੀਆਂ ਹਨ ਜਦੋਂ ਟੈਸਟ ਕੰਡੀਸ਼ਨ ਟਰੂ ਹੁੰਦੀ ਹੈ, ਅਤੇ ਐਲਜ਼ ਬਲਾਕ ਵਿਚਲੀਆਂ ਸਟੇਟਮੈਂਟ ਉਸੇ ਸਮੇਂ ਚਲਾਈਆਂ ਜਾਂਦੀਆਂ ਹਨ ਜਦੋਂ ਸਾਡੀ ਕੰਡੀਸ਼ਨ ਜੋ ਹੈ ਫਾਲਸ ਹੁੰਦੀ ਹੈ। ਯਾਨੀ ਕਿ ਇਫ ਐਲਜ਼ ਸਟੇਟਮੈਂਟ ਦੇ ਵਿੱਚ ਸਾਡੀ ਇਫ ਐਲਜ਼ ਦੇ ਦੋ ਭਾਗ ਹੁੰਦੇ ਨੇ, ਦੋ ਬਲਾਕ ਹੁੰਦੇ ਨੇ, ਇੱਕ ਉਸਦਾ ਟਰੂ ਬਲਾਕ ਅਤੇ ਇੱਕ ਉਸਦਾ ਫਾਲਸ ਬਲਾਕ। ਟਰੂ ਬਲਾਕ ਦੇ ਵਿੱਚ ਜਿੰਨੀਆਂ ਵੀ ਸਟੇਟਮੈਂਟਸ ਨੇ ਉਦੋਂ ਹੀ ਐਗਜ਼ੀਕਿਊਟ ਹੋਣਗੀਆਂ ਜਦੋਂ ਸਾਡੀ ਜੋ ਕੰਡੀਸ਼ਨ ਹੈ ਉਹ ਟਰੂ ਹੁੰਦੀ ਹੈ। ਅਦਰਵਾਈਜ਼ ਸਾਡੀ ਅਗਰ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਫਾਲਸ ਪਾਰਟ ਵਿੱਚ ਜਿੰਨੀਆਂ ਵੀ ਸਟੇਟਮੈਂਟਸ ਤੁਸੀਂ ਐਡ ਕੀਤੀਆਂ ਨੇ ਉਹ ਸਾਰੀਆਂ ਹੀ ਐਗਜ਼ੀਕਿਊਟ ਹੋਣਗੀਆਂ। ਯਾਨੀ ਕਿ ਟਰੂ ਅਤੇ ਫਾਲਸ ਪਾਰਟਸ ਵਿੱਚੋਂ ਸਿਰਫ ਇੱਕ ਹੀ ਪਾਰਟਸ ਇੱਕ ਟਾਈਮ 'ਤੇ ਚੱਲੇਗਾ, ਬਟ ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਜੋ ਕੰਡੀਸ਼ਨ ਹੈ ਉਹ ਟਰੂ ਹੈ ਕਿ ਫਾਲਸ। ਐਗਜ਼ਾਮਪਲ ਦੀ ਅਸੀਂ ਗੱਲ ਕਰਦੇ ਹਾਂ, ਜਿਵੇਂ ਅਸੀਂ ਜੋ ਲਾਸਟ ਪ੍ਰੋਗਰਾਮ ਬਣਾਇਆ ਸੀ ਸੇਮ ਉਹੀ ਪ੍ਰੋਗਰਾਮ ਹੈ। ਅਗਰ ਤਾਂ ਯੂਜ਼ਰ ਜੋ ਮਾਰਕਸ ਹੈ ਉਹ ਐਂਟਰ ਕਰਦਾ ਹੈ ਜੋ 33 ਦੇ ਇਕੁਅਲ ਜਾਂ ਉਸ ਤੋਂ ਜ਼ਿਆਦਾ ਹੁੰਦੇ ਨੇ ਤਾਂ ਸਾਡਾ ਟਰੂ ਪਾਰਟ ਐਗਜ਼ੀਕਿਊਟ ਹੋਏਗਾ। ਅਗਰ ਉਸਦੇ ਜੋ ਮਾਰਕਸ ਨੇ 33 ਤੋਂ ਘੱਟ ਹੁੰਦੇ ਨੇ ਤਾਂ ਸਾਡਾ ਫਾਲਸ ਪਾਰਟ ਐਗਜ਼ੀਕਿਊਟ ਹੋਏਗਾ। ਜਿਵੇਂ ਅਸੀਂ ਮਾਰਕਸ 23 ਐਂਟਰ ਕਰਦੇ ਹਾਂ ਤਾਂ ਇਹ ਸਾਡੀ ਕੰਡੀਸ਼ਨ ਨੂੰ ਟਰੂ ਨਹੀਂ ਕਰਦੇ ਅਤੇ ਸਾਡੀ ਜੋ ਕੰਡੀਸ਼ਨ ਹੈ ਉਹ ਫਾਲਸ ਹੋ ਜਾਂਦੀ ਹੈ। ਇਸ ਕਰਕੇ ਸਾਡਾ ਜੋ ਫਾਲਸ ਪਾਰਟ ਹੈ ਫੇਲ, ਉਹ ਐਗਜ਼ੀਕਿਊਟ ਹੋਏਗਾ ਅਤੇ ਟਰੂ ਪਾਰਟ ਜੋ ਹੈ ਐਗਜ਼ੀਕਿਊਟ ਨਹੀਂ ਹੁੰਦਾ। ਯਾਨੀ ਕਿ ਡਿਪੈਂਡ ਕਰਦਾ ਹੈ ਤੁਹਾਡੀ ਕੰਡੀਸ਼ਨ ਦੇ ਉੱਤੇ ਕਿ ਦੋਵਾਂ ਦੇ ਵਿੱਚੋਂ ਕਿਹੜਾ ਪਾਰਟ ਐਗਜ਼ੀਕਿਊਟ ਹੋਵੇ। ਥਰਡ ਜੋ ਸਟੇਟਮੈਂਟ ਹੈ ਉਸਦਾ ਨਾਮ ਹੈ ਇਫ ਐਲਜ਼ ਇਫ, ਯਾਨੀ ਕਿ ਇਸਦੇ ਵੀ ਪੁਰਾਣੀਆਂ ਇਫ ਐਲਜ਼ ਸਟੇਟਮੈਂਟਸ ਦੇ ਵਾਂਗ ਦੋ ਪਾਰਟ ਹੁੰਦੇ ਨੇ, ਜਿਵੇਂ ਇੱਕ ਟਰੂ ਪਾਰਟ ਅਤੇ ਸੈਕਿੰਡ ਜੋ ਹੈ ਫਾਲਸ ਪਾਰਟ। ਪਰ ਡਿਫਰੈਂਸ ਕੀ ਹੁੰਦਾ ਹੈ ਕਿ ਇਸਦਾ ਜੋ ਟਰੂ ਪਾਰਟ ਹੁੰਦਾ ਹੈ ਉਹ ਉਸ ਤੋਂ ਬਾਅਦ ਜੋ ਅਸੀਂ ਐਲਜ਼ ਦੇ ਨਾਲ ਇਸਦਾ ਫਾਲਸ ਪਾਰਟ ਲਿਖਣਾ ਹੁੰਦਾ ਹੈ ਉਸ ਵਿੱਚ ਵੀ ਇੱਕ ਹੋਰ ਇਫ ਸਟੇਟਮੈਂਟ ਐਡ ਕੀਤੀ ਜਾਂਦੀ ਹੈ ਅਤੇ ਉਸਦਾ ਵੀ ਇੱਕ ਟਰੂ ਜਾਂ ਫਾਲਸ ਪਾਰਟ ਹੋਏਗਾ, ਅਤੇ ਹੋ ਸਕਦਾ ਹੈ ਉਸਦੇ ਫਾਲਸ ਪਾਰਟ ਦੇ ਵਿੱਚ ਕੋਈ ਹੋਰ ਇਫ ਸਟੇਟਮੈਂਟ ਵੀ ਐਡ ਹੋਵੇ ਅਤੇ ਉਸਦਾ ਵੀ ਕੋਈ ਟਰੂ ਜਾਂ ਫਾਲਸ ਪਾਰਟ ਹੋਵੇਗਾ। ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ ਗੱਲ ਕਰਦੇ ਹਾਂ ਪੁਰਾਣੇ ਮਾਰਕਸ ਦੇ ਵਾਂਗ, ਅਗਰ ਤਾਂ ਅਸੀਂ ਮਾਰਕਸ 80 ਜਾਂ 80 ਤੋਂ ਜ਼ਿਆਦਾ ਐਂਟਰ ਕਰਦੇ ਹਾਂ ਤਾਂ ਸਾਡਾ ਜੋ ਟਰੂ ਪਾਰਟ ਹੈ ਉਹ ਟਾਈਪ ਕਰੇਗਾ ਗ੍ਰੇਡ ਏ ਐਲਜ਼, ਅਤੇ ਐਲਜ਼ ਦੇ ਵਿੱਚ ਅਸੀਂ ਇੱਕ ਹੋਰ ਇਫ ਕੰਡੀਸ਼ਨ ਨੂੰ ਐਡ ਕੀਤਾ ਕਿ ਅਗਰ ਸਾਡੇ ਮਾਰਕਸ 60 ਜਾਂ 60 ਤੋਂ ਜ਼ਿਆਦਾ ਨੇ ਤਾਂ ਪ੍ਰਿੰਟ ਕਰੇਗਾ ਬੀ ਅਗੇਨ ਐਲਜ਼, ਅਤੇ ਐਲਜ਼ ਦੇ ਵਿੱਚ ਅਗੇਨ ਇੱਕ ਹੋਰ ਅਸੀਂ ਇਫ ਐਡ ਕੀਤੀ ਹੈ ਜਿਸ ਦੇ ਵਿੱਚ ਅਸੀਂ ਪ੍ਰਿੰਟ ਕਰਾਵਾਂਗੇ ਗ੍ਰੇਡ ਸੀ, ਅਤੇ ਲਾਸਟ ਜੋ ਐਲਜ਼ ਪਾਰਟ ਹੈ ਉਸ ਵਿੱਚ ਗ੍ਰੇਡ ਡੀ। ਯਾਨੀ ਕਿ ਅਗਰ ਫਸਟ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਉਸਦਾ ਜੋ ਟਰੂ ਪਾਰਟ ਹੈ ਉਹ ਐਗਜ਼ੀਕਿਊਟ ਹੋਏਗਾ। ਅਗਰ ਉਹ ਟਰੂ ਨਹੀਂ ਹੁੰਦੀ ਤਾਂ ਉਸਦੇ ਐਲਜ਼ ਪਾਰਟ ਦੇ ਵਿੱਚ ਇੱਕ ਹੋਰ ਕੰਡੀਸ਼ਨ ਨੂੰ ਵੈਰੀਫਾਈ ਕੀਤਾ ਜਾਵੇਗਾ, ਅਤੇ ਉਹ ਕੰਡੀਸ਼ਨ ਅਗਰ ਟਰੂ ਹੁੰਦੀ ਹੈ ਤਾਂ ਉਸਦਾ ਟਰੂ ਪਾਰਟ ਐਗਜ਼ੀਕਿਊਟ ਹੋਏਗਾ। ਅਗਰ ਸੈਕਿੰਡ ਕੰਡੀਸ਼ਨ ਵੀ ਟਰੂ ਨਹੀਂ ਹੁੰਦੀ ਤਾਂ ਉਸ ਦੇ ਐਲਜ਼ ਪਾਰਟ ਵਿੱਚ ਇੱਕ ਥਰਡ ਕੰਡੀਸ਼ਨ ਹੋਰ ਲਗਾਈ ਜਾਂਦੀ ਹੈ। ਅਗਰ ਉਹ ਵੀ ਕੰਡੀਸ਼ਨ ਟਰੂ ਨਹੀਂ ਹੁੰਦੀ ਤਾਂ ਉਸ ਦੇ ਐਲਜ਼ ਪਾਰਟ ਵਿੱਚ ਤੁਸੀਂ ਹੋਰ ਕੋਈ ਕੰਡੀਸ਼ਨ ਲਗਾ ਸਕਦੇ ਹੋ ਜਾਂ ਸਿੰਪਲ ਉਸਨੂੰ ਉੱਥੇ ਹੀ ਸਟਾਪ ਕਰ ਸਕਦੇ ਹੋ। ਯਾਨੀ ਕਿ ਡਿਪੈਂਡ ਕਰਦਾ ਹੈ ਕਿ ਤੁਹਾਡੇ ਪ੍ਰੋਗਰਾਮ ਦੀ ਰਿਕੁਆਇਰਮੈਂਟ ਕੀ ਹੈ, ਤੁਸੀਂ ਉਸ ਦੇ ਅਕੋਰਡਿੰਗ ਇਫ ਐਲਜ਼ ਦੇ ਵਿੱਚ
ਵੱਖ-ਵੱਖ ਸਟੇਟਮੈਂਟਸ ਨੂੰ ਐਡ ਕਰ ਸਕਦੇ ਹੋ ਜਾਂ ਵੱਖ-ਵੱਖ ਕੰਡੀਸ਼ਨਸ ਨੂੰ ਐਡ ਕਰ ਸਕਦੇ ਹੋ। ਫੋਰਥ ਜੋ ਸਾਡੀ ਇਫ ਐਲਸ ਸਟੇਟਮੈਂਟ ਹੁੰਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਨੈਸਟਡ ਇਫ। ਇਸ ਤੋਂ ਭਾਵ ਕਿ ਇਫ ਕੰਡੀਸ਼ਨ ਦੇ ਵਿੱਚ ਕੋਈ ਹੋਰ ਇਫ ਕੰਡੀਸ਼ਨ ਐਡ ਕਰਨੀ। ਪੁਰਾਣੀ ਜੋ ਅਸੀਂ ਹੁਣੇ ਸਟੇਟਮੈਂਟ ਪੜ੍ਹੀ ਸੀ ਜਿਸ ਵਿੱਚ ਇਫ ਐਲਸ ਇਫ ਸੀ, ਉਸ ਤੋਂ ਭਾਵ ਸੀ ਕਿ ਇੱਕ ਇਫ ਦਾ ਜੋ ਐਲਸ ਪਾਰਟ ਹੈ ਉਸ ਦੇ ਵਿੱਚ ਇੱਕ ਹੋਰ ਅਸੀਂ ਕੰਡੀਸ਼ਨ ਐਡ ਕੀਤੀ, ਪਰ ਨੈਸਟਡ ਇਫ ਤੋਂ ਭਾਵ ਹੈ ਕਿ ਇਫ ਦੇ ਵਿੱਚ ਕੋਈ ਹੋਰ ਇਫ ਐਡ ਕਰਨੀ। ਇੱਕ ਵੀ ਹੋ ਸਕਦੀ ਹੈ ਅਤੇ ਸੋ ਔਨ, ਕਾਫੀ ਤੁਸੀਂ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗ ਵੱਖ-ਵੱਖ ਤਰ੍ਹਾਂ ਦੀਆਂ ਕੰਡੀਸ਼ਨਸ ਨੂੰ ਆਪਣੇ ਪਾਰਟ ਵਿੱਚ ਐਡ ਕਰ ਸਕਦੇ ਹੋ। ਇੱਕ ਇਫ ਸਟੇਟਮੈਂਟ ਜਾਂ ਦੂਜੀ ਇਫ ਸਟੇਟਮੈਂਟ ਵਿੱਚ ਲਿਖਣ ਨੂੰ ਨੈਸਟਡ ਇਫ ਸਟੇਟਮੈਂਟ ਕਹਿੰਦੇ ਹਨ। ਅੰਦਰੂਨੀ ਇਫ ਸਟੇਟਮੈਂਟ ਉਸ ਸਮੇਂ ਤੱਕ ਕੰਮ ਕਰਦੀ ਹੈ ਜਦੋਂ ਬਾਹਰੀ ਕੰਡੀਸ਼ਨ ਟਰੂ ਹੋਵੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਇਫ ਸਟੇਟਮੈਂਟ ਦਾ ਬਲਾਕ ਉਸ ਸਮੇਂ ਕੰਮ ਕਰੇਗਾ ਜਦੋਂ ਬਾਹਰੀ ਇਫ ਸਟੇਟਮੈਂਟਾਂ ਦੀ ਕੰਡੀਸ਼ਨ ਅਤੇ ਅੰਦਰੂਨੀ ਇਫ ਸਟੇਟਮੈਂਟ ਦੀ ਕੰਡੀਸ਼ਨ ਦੋਵੇਂ ਹੀ ਟਰੂ ਹੋਣ। ਜਿਵੇਂ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਅਸੀਂ ਇੱਕ ਇਫ ਲਗਾਈ ਅਤੇ ਉਸ ਦੀ ਕੰਡੀਸ਼ਨ ਅਗਰ ਟਰੂ ਹੁੰਦੀ ਹੈ ਤਾਂ ਉਸ ਦੇ ਅੰਦਰ ਜਾ ਕੇ ਅਸੀਂ ਇੱਕ ਹੋਰ ਕੰਡੀਸ਼ਨ ਨੂੰ ਚੈੱਕ ਕਰਦੇ ਹਾਂ। ਅਗਰ ਉਹ ਵੀ ਟਰੂ ਹੁੰਦੀ ਹੈ ਤਾਂ ਇਹ ਉਸ ਦਾ ਪਾਰਟ ਐਗਜ਼ੀਕਿਊਟ ਹੋਏਗਾ। ਅਦਰਵਾਈਜ਼ ਅਗਰ ਜੇ ਸਾਡੀ ਫਸਟ ਕੰਡੀਸ਼ਨ ਹੀ ਫਾਲਸ ਹੋ ਜਾਂਦੀ ਹੈ ਤਾਂ ਜੋ ਸੈਕਿੰਡ ਕੰਡੀਸ਼ਨ ਹੈ ਉਹ ਐਗਜ਼ੀਕਿਊਟ ਨਹੀਂ ਹੁੰਦੀ। ਉਦਾਹਰਨ ਦੇ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਕੁਝ ਵੈਲਿਊਜ਼ ਦੇ ਵਿੱਚੋਂ ਫਾਈਂਡ ਆਊਟ ਕਰਨਾ ਹੈ ਕਿ ਸਾਡਾ ਜੋ ਲਾਰਜੈਸਟ ਨੰਬਰ ਹੈ ਉਹ ਕਿਹੜਾ ਹੈ। ਤਾਂ ਅਸੀਂ ਜਿਵੇਂ ਫਸਟ ਇੱਕ ਇਫ ਲਗਾਈ ਕਿ ਇਫ ਕੀ ਕਰੇ, A ਅਤੇ B ਦੀ ਵੈਲਿਊ ਨੂੰ ਆਪਸ ਵਿੱਚ ਕੰਪੇਅਰ ਕਰੇ ਕਿ ਅਗਰ ਤਾਂ A ਦੀ ਵੈਲਿਊ B ਤੋਂ ਵੱਡੀ ਹੈ ਤਾਂ ਅਸੀਂ ਉਸਦੇ ਟਰੂ ਪਾਰਟ ਵਿੱਚ ਐਂਟਰ ਹੋ ਜਾਈਏ, ਬਟ ਅਗਰ A ਦੀ ਵੈਲਿਊ B ਤੋਂ ਛੋਟੀ ਹੈ ਤਾਂ ਅਸੀਂ ਉਸਦੇ ਫਾਲਸ ਪਾਰਟ ਵਿੱਚ ਐਗਜ਼ੀਕਿਊਟ ਹੋ ਜਾਈਏ। ਜਿਵੇਂ ਅਗਰ ਸਾਡੀ A ਦੀ ਵੈਲਿਊ B ਨਾਲੋਂ ਵੱਡੀ ਹੈ, ਅਗਰ ਇਹ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਅਸੀਂ ਇਸਦੇ ਟਰੂ ਪਾਰਟ ਦੇ ਵਿੱਚ ਐਂਟਰ ਹੋਵਾਂਗੇ ਅਤੇ ਉਸ ਵਿੱਚ ਇੱਕ ਹੋਰ ਕੰਡੀਸ਼ਨ ਚੈੱਕ ਹੋਏਗੀ ਕਿ A ਦੀ ਵੈਲਿਊ C ਤੋਂ ਵੀ ਵੱਡੀ ਹੈ ਜਾਂ ਨਹੀਂ। ਅਗਰ ਵੱਡੀ ਹੈ ਤਾਂ ਪ੍ਰਿੰਟ ਹੋਏਗਾ A ਇਜ਼ ਲਾਰਜੈਸਟ, ਨਹੀਂ ਤਾਂ C ਇਜ਼ ਲਾਰਜੈਸਟ। ਸਾਡੀ ਜੋ ਫਸਟ ਕੰਡੀਸ਼ਨ ਹੈ ਉਹ ਫਾਲਸ ਹੋ ਜਾਂਦੀ ਹੈ, ਯਾਨੀ ਕਿ A ਦੀ ਵੈਲਿਊ B ਨਾਲੋਂ ਲਾਰਜੈਸਟ ਨਹੀਂ ਹੈ, ਤਾਂ ਅਸੀਂ ਇਸੇ ਹੀ ਕੰਡੀਸ਼ਨ ਦੇ ਫਾਲਸ ਪਾਰਟ ਵਿੱਚ ਐਂਟਰ ਹੋਵਾਂਗੇ ਅਤੇ ਸਾਡੇ ਫਾਲਸ ਪਾਰਟ ਦੇ ਵਿੱਚ ਇੱਕ ਹੋਰ ਕੰਡੀਸ਼ਨ ਚੈੱਕ ਹੋਏਗੀ ਕਿ B ਦੀ ਵੈਲਿਊ C ਨਾਲੋਂ ਵੀ ਵੱਡੀ ਹੈ। ਅਗਰ B ਦੀ ਵੈਲਿਊ C ਨਾਲੋਂ ਵੀ ਵੱਡੀ ਹੈ ਤਾਂ ਸਕਰੀਨ ਉੱਤੇ ਪ੍ਰਿੰਟ ਹੋਏਗਾ B ਇਜ਼ ਲਾਰਜੈਸਟ, ਅਦਰਵਾਈਜ਼ ਪ੍ਰਿੰਟ ਹੋ ਜਾਏਗਾ C ਇਜ਼ ਲਾਰਜੈਸਟ। ਯਾਨੀ ਕਿ ਨੈਸਟਡ ਇਫ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਇੱਕ ਇਫ ਕੰਡੀਸ਼ਨ ਦਾ ਜੋ ਟਰੂ ਪਾਰਟ ਜਾਂ ਫਾਲਸ ਪਾਰਟ ਹੁੰਦਾ ਹੈ ਉਸ ਵਿੱਚ ਤੁਸੀਂ ਕੋਈ ਹੋਰ ਇਫ ਕੰਡੀਸ਼ਨ ਵੀ ਐਡ ਕਰ ਸਕਦੇ ਹੋ ਅਤੇ ਉਸ ਦੇ ਵਿੱਚ ਤੁਸੀਂ ਕੋਈ ਹੋਰ ਇਫ ਕੰਡੀਸ਼ਨ ਵੀ ਐਡ ਕਰ ਸਕਦੇ ਹੋ, ਯਾਨੀ ਕਿ ਇੱਕ ਇਫ ਦੇ ਵਿੱਚ ਇੱਕ ਹੋਰ ਇਫ ਨੂੰ ਐਡ ਕਰਨਾ ਨੈਸਟਡ ਇਫ ਕਹਾਉਂਦਾ ਹੈ। ਸੋ ਇਹ ਸੀ ਤੁਹਾਡੀਆਂ ਇਫ ਕੰਟਰੋਲ ਸਟੇਟਮੈਂਟ। ਅੱਗੇ ਅਸੀਂ ਗੱਲ ਕਰਦੇ ਹਾਂ ਸਵਿਚ ਸਟੇਟਮੈਂਟ ਜਾਂ ਕੇਸ ਕੰਟਰੋਲ ਸਟੇਟਮੈਂਟ। ਇਹ ਆਮ ਤੌਰ 'ਤੇ ਇਫ ਦੇ ਵਾਂਗ ਹੀ ਕੰਮ ਕਰਦੀਆਂ ਨੇ, ਜਿਵੇਂ ਅਸੀਂ ਇਫ ਐਲਸ ਇਫ ਸਟੇਟਮੈਂਟ ਨੂੰ ਯੂਜ਼ ਕੀਤਾ ਸੀ ਜਿਸ ਵਿੱਚ ਇੱਕ ਕੰਡੀਸ਼ਨ ਦੇ ਫਾਲਸ ਪਾਰਟ ਦੇ ਵਿੱਚ ਇੱਕ ਹੋਰ ਕੰਡੀਸ਼ਨ ਯੂਜ਼ ਕੀਤੀ ਜਾਂਦੀ ਹੈ, ਉਸ ਨੂੰ ਅਸੀਂ ਇਫ ਐਲਸ ਇਫ ਸਟੇਟਮੈਂਟ ਬੋਲਦੇ ਹਾਂ। ਸਵਿਚ ਸਟੇਟਮੈਂਟ ਜਾਂ ਕੇਸ ਕੰਟਰੋਲ ਸਟੇਟਮੈਂਟ ਵੀ ਇਹਦੇ ਵਾਂਗ ਹੀ ਕੰਮ ਕਰਦੀਆਂ ਨੇ। ਸਵਿਚ ਕੇਸ ਇਫ ਐਲਸ ਇਫ ਸਟੇਟਮੈਂਟ ਦੀ ਤਰ੍ਹਾਂ ਹੀ ਹੁੰਦੀ ਹੈ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜੀ ਸਟੇਟਮੈਂਟ ਵਰਤਦੇ ਹਾਂ। ਸਵਿਚ ਸਟੇਟਮੈਂਟ ਵਧੇਰੇ ਕੁਸ਼ਲ ਸਟੇਟਮੈਂਟ ਹੁੰਦੀ ਹੈ ਅਤੇ ਇਸ ਨੂੰ ਪੜ੍ਹਨਾ ਸੌਖਾ ਹੈ ਅਤੇ ਯੂਜ਼ ਕਰਨਾ ਵੀ ਸੌਖਾ ਹੈ। ਸਵਿਚ ਕੇਸ ਵਿੱਚ ਸਟੇਟਮੈਂਟਾਂ ਦੇ ਸਮੂਹ ਨੂੰ ਉਦੋਂ ਤੱਕ ਲਾਗੂ ਕੀਤਾ ਜਾਂਦਾ ਹੈ ਜਦੋਂ ਤੱਕ ਸੰਬੰਧਿਤ ਕੇਸ ਕਾਂਸਟੈਂਟ ਟਰੂ ਨਹੀਂ ਹੋ ਜਾਂਦੇ। ਜਦੋਂ ਸਾਰੇ ਕੇਸ ਸਟੇਟਮੈਂਟ ਫਾਲਸ ਹੁੰਦੇ ਹਨ ਤਾਂ ਕੰਟਰੋਲ ਪੁਆਇੰਟ ਡਿਫਾਲਟ ਉੱਤੇ ਆ ਜਾਂਦਾ ਹੈ, ਯਾਨੀ ਕਿ ਡਿਫਾਲਟ ਜੋ ਅਸੀਂ ਸਟੇਟਮੈਂਟ ਐਡ ਕੀਤੀ ਹੁੰਦੀ ਹੈ ਸਾਡੀ ਉਹ ਸਟੇਟਮੈਂਟ ਐਗਜ਼ੀਕਿਊਟ ਹੋ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਅਗਰ ਅਸੀਂ ਇਸ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਇਸ ਵਿੱਚ ਅਸੀਂ ਇੱਕ ਡੇ ਨਾਂ ਦੇ ਵੇਰੀਏਬਲ ਨੂੰ ਯੂਜ਼ ਕੀਤਾ ਹੈ ਜਿਸ ਵਿੱਚ ਅਸੀਂ ਕੋਈ ਵੈਲਿਊ ਐਂਟਰ ਕਰਵਾਉਂਦੇ ਹਾਂ। ਅਗਰ ਡੇ ਦੀ ਵੈਲਿਊ 1 ਹੁੰਦੀ ਹੈ ਤਾਂ ਸਕਰੀਨ ਦੇ ਉੱਪਰ ਮੰਡੇ ਪ੍ਰਿੰਟ ਹੋਵੇ। ਅਗਰ ਡੇ ਦੀ ਵੈਲਿਊ 2 ਹੁੰਦੀ ਹੈ ਤਾਂ ਸਕਰੀਨ ਦੇ ਉੱਪਰ ਟਿਊਜ਼ਡੇ ਪ੍ਰਿੰਟ ਹੋਵੇ। ਤਾਂ 1 ਬਾਏ 1 ਜੋ ਸਾਡੇ ਡੇਜ਼ ਨੇਮ ਨੇ ਉਹ ਪ੍ਰਿੰਟ ਹੋ ਜਾਣ। ਜਿਵੇਂ ਅਸੀਂ ਇਸਦੀ ਆਊਟਪੁੱਟ ਅਗਰ ਚੈੱਕ ਕਰਦੇ ਹਾਂ ਤਾਂ ਅਸੀਂ ਜੋ ਨੰਬਰ ਟਾਈਪ ਕੀਤਾ ਹੈ ਉਹ ਅਸੀਂ ਟਾਈਪ ਕੀਤਾ ਹੈ 5, ਯਾਨੀ ਕਿ ਡੇ ਦੀ ਵੈਲਿਊ ਕੀ ਹੈ 5। ਅਸੀਂ ਇਸ ਦੇ ਕੁਝ 7 ਕੇਸ ਸੈੱਟ ਕੀਤੇ ਨੇ। ਜਦੋਂ ਵੀ ਇਹ ਸਟੇਟਮੈਂਟ 1 ਬਾਏ 1 ਐਗਜ਼ੀਕਿਊਟ ਹੋਣਗੀਆਂ ਤਾਂ ਕੇਸ 1 ਨੂੰ ਡੇ ਦੀ ਵੈਲਿਊ ਦੇ ਨਾਲ ਕੰਪੇਅਰ ਕੀਤਾ ਜਾਏਗਾ। ਅਗਰ ਤਾਂ ਉਹ ਮੈਚ ਕਰਦੀ ਹੈ ਤਾਂ ਕੇਸ ਦੇ ਵਿੱਚ ਜੋ ਵੀ ਸਟੇਟਮੈਂਟ ਲਿਖੀ ਹੁੰਦੀ ਹੈ ਉਹ ਐਗਜ਼ੀਕਿਊਟ ਹੋ ਜਾਂਦੀ ਹੈ। ਅਗਰ ਕੇਸ ਦੀ ਵੈਲਿਊ ਵੇਰੀਏਬਲ ਦੀ ਵੈਲਿਊ ਨਾਲ ਮੈਚ ਨਹੀਂ ਕਰਦੀ ਤਾਂ ਨੈਕਸਟ ਜੋ ਕੇਸ ਹੈ ਸਾਡਾ ਕੰਟਰੋਲ ਉਸ ਉੱਪਰ ਚਲਾ ਜਾਂਦਾ ਹੈ।
पर अगर साडे जो केस की वैल्यू है वो किसी भी केस की वैल्यू साडे डे की वैल्यू नाल मैच नहीं करती, तो डिफाल्ट असी जो भी मैसेज स्क्रीन उपर ऐड किया हुंदा है वो स्क्रीन उपर प्रिंट हो जाता है। साडे प्रोग्राम दे विच जो भी मैसेज असी डिफाल्ट लगाना चाहते हाँ वो साडी स्क्रीन उपर प्रिंट हो जाएगा। सो ये सी तुहाडी स्विच स्टेटमेंट जां केस कंट्रोल स्टेटमेंट। ਅੱਗੇ ਅਸੀਂ ਗੱਲ ਕਰਦੇ ਹਾਂ ਲੂਪਿੰਗ ਸਟੇਟਮੈਂਟਸ ਦੇ ਬਾਰੇ, ਜਾਨੀ ਕਿ ਲੂਪਿੰਗ ਕੰਟਰੋਲ ਸਟੇਟਮੈਂਟਸ ਦੇ ਬਾਰੇ। ਬੇਸਿਕਲੀ ਲੂਪਿੰਗ ਸਟੇਟਮੈਂਟ ਅਸੀਂ ਕਿਉਂ ਯੂਜ਼ ਕਰਦੇ ਹਾਂ? ਕਿਸੇ ਟਾਈਮ ਤੇ ਹੁੰਦਾ ਹੈ ਕਿ ਤੁਹਾਨੂੰ ਇੱਕੋ ਹੀ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਦੀ ਲੋੜ ਪੈਂਦੀ ਹੈ, ਜਾਂ ਇੱਕੋ ਹੀ ਐਕਸਪ੍ਰੈਸ਼ਨ ਨੂੰ ਬਾਰ-ਬਾਰ ਦੁਹਰਾਉਣ ਦੀ ਲੋੜ ਪੈਂਦੀ ਹੈ, ਜਾਂ ਸਕਰੀਨ ਉੱਪਰ ਕਿਸੇ ਕੰਮ ਨੂੰ ਪ੍ਰਿੰਟ ਕਰਨ ਲਈ ਤੁਸੀਂ ਬਾਰ-ਬਾਰ ਇੱਕੋ ਹੀ ਕੰਮ ਕਰਦੇ ਹੋ। ਤਾਂ ਜਦੋਂ ਤੁਸੀਂ ਕੁਛ ਸਟੇਟਮੈਂਟਸ ਨੂੰ ਇੱਕ ਸਟੇਟਮੈਂਟ ਜਾਂ ਗਰੁੱਪ ਆਫ ਸਟੇਟਮੈਂਟਸ ਨੂੰ ਰਿਪੀਟ ਕਰਨਾ ਚਾਹੁੰਦੇ ਹੋ, ਬਾਰ-ਬਾਰ ਚਲਾਉਣਾ ਚਾਹੁੰਦੇ ਹੋ, ਤਾਂ ਤੁਸੀਂ ਲੂਪਿੰਗ ਸਟੇਟਮੈਂਟਸ ਦੀ ਵਰਤੋਂ ਕਰਦੇ ਹੋ। ਪ੍ਰੋਗਰਾਮ ਵਿੱਚ ਕਈ ਵਾਰ ਅਜਿਹੀਆਂ ਸਥਿਤੀਆਂ ਵੀ ਹੋ ਜਾਂਦੀਆਂ ਨੇ ਜਦੋਂ ਅਸੀਂ ਆਪਣੇ ਸਟੇਟਮੈਂਟਾਂ ਦੇ ਬਲਾਕ ਨੂੰ ਕਈ ਵਾਰ ਦੁਹਰਾਉਂਦੇ ਹਾਂ। ਅਜਿਹੀਆਂ ਸਥਿਤੀਆਂ ਵਿੱਚ ਲੂਪ ਸਟੇਟਮੈਂਟ ਸਾਨੂੰ ਵਧੀਆ ਤਰੀਕੇ ਨਾਲ ਮਦਦ ਕਰਦੀਆਂ ਹਨ ਕਿ ਅਸੀਂ ਉਹਨਾਂ ਗਰੁੱਪ ਆਫ ਸਟੇਟਮੈਂਟਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਐਗਜ਼ੀਕਿਊਟ ਕਰ ਸਕੀਏ। ਆਮ ਤੌਰ 'ਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਲੂਪਿੰਗ ਸਟੇਟਮੈਂਟ ਹੁੰਦੀਆਂ ਨੇ, ਇੱਕ ਪ੍ਰੀ ਟੈਸਟ ਲੂਪਸ ਅਤੇ ਸੈਕਿੰਡ ਹੁੰਦੀਆਂ ਨੇ ਪੋਸਟ ਲੂਪਸ। ਪ੍ਰੀ ਟੈਸਟ ਦੇ ਵਿੱਚ ਤੁਹਾਡੀ ਫੋਰ ਲੂਪ ਅਤੇ ਵਾਈਲ ਲੂਪ ਆਉਂਦੀ ਹੈ, ਅਤੇ ਪੋਸਟ ਟੈਸਟ ਲੂਪ ਦੇ ਵਿੱਚ ਡੂ ਵਾਈਲ ਲੂਪ ਆਉਂਦੀ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਫੋਰ ਲੂਪ ਕੀ ਹੁੰਦੀ ਹੈ। ਫੋਰ ਲੂਪ ਸਟੇਟਮੈਂਟਾਂ ਨੂੰ ਦੁਹਰਾਉਣ ਲਈ ਵਰਤਿਆ ਜਾਣ ਵਾਲਾ ਇੱਕ ਮਹੱਤਵਪੂਰਨ ਲੂਪਿੰਗ ਕੰਟਰੋਲ ਸਟਰਕਚਰ ਹੈ। ਇਹ ਪ੍ਰੀ ਟੈਸਟ ਲੂਪ ਦੀ ਇੱਕ ਉਦਾਹਰਣ ਹੈ। ਇਹ ਸਾਨੂੰ ਅਜਿਹੇ ਲੂਪ ਬਣਾਉਣ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਵਿੱਚ ਸਟੇਟਮੈਂਟਾਂ ਨੂੰ ਇੱਕ ਖਾਸ ਗਿਣਤੀ ਤੱਕ ਦੁਹਰਾਇਆ ਜਾ ਸਕਦਾ ਹੋਵੇ। ਭਾਵ ਕਿ ਤੁਸੀਂ ਇੱਕ ਕੰਡੀਸ਼ਨ ਸੈੱਟ ਕਰ ਦਿੰਦੇ ਹੋ ਜਿਸ ਦੇ ਬੇਸ ਦੇ ਉੱਤੇ ਤੁਸੀਂ ਇੱਕ ਖਾਸ ਗਿਣਤੀ ਤੱਕ ਇੱਕ ਸਟੇਟਮੈਂਟ ਜਾਂ ਬਲੋਕ ਆਫ ਸਟੇਟਮੈਂਟ ਨੂੰ ਤੁਸੀਂ ਬਾਰ-ਬਾਰ ਦੁਹਰਾ ਸਕਦੇ ਹੋ। ਫੋਰ ਲੂਪ ਦੇ ਵਿੱਚ ਤਿੰਨ ਤਰ੍ਹਾਂ ਦੇ ਐਕਸਪ੍ਰੈਸ਼ਨਸ ਯੂਜ਼ ਕੀਤੇ ਜਾਂਦੇ ਨੇ। ਫਸਟ ਐਕਸਪ੍ਰੈਸ਼ਨ ਦੇ ਵਿੱਚ ਤੁਸੀਂ ਕਿਸੇ ਲੂਪ ਕਾਊਂਟਰ ਵੇਰੀਏਬਲ ਦੇ ਵਿੱਚ ਵੈਲਿਊ ਨੂੰ ਇਨੀਸ਼ੀਅਲਾਈਜ਼ ਕਰਵਾਉਂਦੇ ਹੋ। ਸੈਕਿੰਡ ਐਕਸਪ੍ਰੈਸ਼ਨ ਦੇ ਵਿੱਚ ਤੁਸੀਂ ਉਸ ਨੂੰ ਕੰਡੀਸ਼ਨ ਚੈੱਕ ਕਰਦੇ ਹੋ, ਉਸਦੀ ਕੰਡੀਸ਼ਨ ਟਰੂ ਹੈ ਕਿ ਫਾਲਸ ਹੈ। ਅਤੇ ਥਰਡ ਦੇ ਵਿੱਚ ਉਸੇ ਹੀ ਕਾਊਂਟਰ ਵੇਰੀਏਬਲ ਦੇ ਵਿੱਚ ਕਿਸੇ ਵੈਲਿਊ ਦਾ ਜਾਂ ਤਾਂ ਇੰਕਰੀਮੈਂਟ ਹੁੰਦਾ ਹੈ ਅਤੇ ਜਾਂ ਡਿਕਰੀਮੈਂਟ ਹੁੰਦਾ ਹੈ, ਅਤੇ ਕੰਡੀਸ਼ਨ ਦੇ ਬੇਸ ਦੇ ਉੱਪਰ ਹੀ ਸਾਡੀ ਜੋ ਫੋਰ ਲੂਪ ਹੁੰਦੀ ਹੈ ਉਹ ਬਾਰ-ਬਾਰ ਐਗਜ਼ੀਕਿਊਟ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਅਗਰ ਅਸੀਂ ਇਸ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਸੇ ਨੰਬਰਸ ਦੀ ਵੈਲਿਊਜ਼ ਨੂੰ, ਯਾਨੀ ਕਿ ਕਿਸੇ ਗਿਣਤੀ ਨੂੰ ਸਕਰੀਨ ਉੱਪਰ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ, ਤਾਂ ਅਸੀਂ ਲਿਖਾਂਗੇ ਫੋਰ ਆਈ ਅਸਾਈਨਮੈਂਟ 1, ਯਾਨੀ ਕਿ ਇਸ ਵਿੱਚ ਅਸੀਂ ਫਸਟ ਐਕਸਪ੍ਰੈਸ਼ਨ ਦੀ ਗੱਲ ਕਰਦੇ ਹਾਂ ਕਿ ਆਈ ਨਾਂ ਦੇ ਵੇਰੀਏਬਲ ਦੇ ਵਿੱਚ ਨੂੰ ਇੱਕ 1 ਵੈਲਿਊ ਅਸਾਈਨ ਕਰਨੀ, ਕਿ ਮੰਨ ਲਓ ਆਈ ਦੀ ਵੈਲਿਊ ਕੀ ਹੈ, 1 ਹੈ। ਉਸ ਤੋਂ ਨੈਕਸਟ ਸੈਮੀਕੋਲਨ। ਸੈਕਿੰਡ ਐਕਸਪ੍ਰੈਸ਼ਨ ਕੀ ਹੈ? ਇਹ ਕੰਡੀਸ਼ਨ ਕਦੋਂ ਤੱਕ ਚੱਲੇ? ਜਦੋਂ ਤੱਕ ਆਈ ਦੀ ਵੈਲਿਊ ਜਾਂ ਤਾਂ n ਦੇ ਬਰਾਬਰ ਨਹੀਂ ਹੋ ਜਾਂਦੀ ਜਾਂ n ਤੋਂ ਛੋਟੀ ਰਹਿੰਦੀ ਹੈ, ਯਾਨੀ ਕਿ ਜਿੰਨੇ ਟਾਈਮ ਤੱਕ ਸਾਡੀ ਵੈਲਿਊ n ਦੇ ਬਰਾਬਰ ਜਾਂ n ਤੋਂ ਛੋਟੀ ਹੈ ਉਨੇ ਟਾਈਮ ਤੱਕ ਸਾਡੀਆਂ ਜੋ ਕੰਡੀਸ਼ਨਸ ਨੇ, ਜੋ ਸਟੇਟਮੈਂਟਸ ਨੇ ਉਹ ਰਿਪੀਟ ਹੋਣ, ਅਦਰਵਾਈਜ਼ ਸਾਡੀਆਂ ਸਟੇਟਮੈਂਟ ਉਸ ਤੋਂ ਬਾਅਦ ਰਿਪੀਟ ਨਾ ਹੋਣ। ਅਤੇ ਉਸ ਤੋਂ ਅੱਗੇ ਅਸੀਂ i ਦੇ ਵਿੱਚ 1 ਵੈਲਿਊ ਨੂੰ ਐਡ ਕੀਤਾ ਹੈ। ਮੰਨ ਲਓ i ਦੀ ਵੈਲਿਊ 1 ਹੈ ਤਾਂ ਉਸ ਵਿੱਚ 1 ਪਲੱਸ ਹੋ ਜਾਏਗਾ ਅਤੇ i ਦੀ ਵੈਲਿਊ ਸੈਕਿੰਡ ਟਾਈਮ ਕੀ ਹੋ ਜਾਏਗੀ, 2 ਹੋ ਜਾਏਗੀ। ਹੁਣ ਜਦੋਂ ਇਸ ਪ੍ਰੋਗਰਾਮ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ ਤਾਂ ਹੋਏਗਾ ਕੀ ਕਿ ਸਾਡੇ ਕੋਲੋਂ ਇੱਕ ਨੰਬਰ ਦੀ ਡਿਮਾਂਡ ਕੀਤੀ ਜਾਵੇਗੀ। ਅਸੀਂ 5 ਅਗਰ ਪ੍ਰੈਸ ਕਰਦੇ ਹਾਂ ਤਾਂ ਸਾਡਾ ਜੋ n ਵੇਰੀਏਬਲ ਹੈ ਉਸ ਦੀ ਵੈਲਿਊ 5 ਹੋ ਜਾਵੇਗੀ, ਯਾਨੀ ਕਿ ਸਾਡੀ ਇਹ ਜੋ ਸਟੇਟਮੈਂਟ ਹੈ ਕਦੋਂ ਤੱਕ ਐਗਜ਼ੀਕਿਊਟ ਹੋਏਗੀ? ਜਦੋਂ ਤੱਕ ਸਾਡੀ ਵੈਲਿਊ 5 ਤੋਂ ਘੱਟ ਜਾਂ 5 ਦੇ ਬਰਾਬਰ ਨਹੀਂ ਹੋ ਜਾਂਦੀ। ਸਭ ਤੋਂ ਪਹਿਲਾਂ ਚੈੱਕ ਕੀਤਾ ਜਾਏਗਾ ਕਿ i ਦੀ ਵੈਲਿਊ ਕੀ ਹੈ। ਉਸ ਤੋਂ ਬਾਅਦ ਕੰਡੀਸ਼ਨ ਨੂੰ ਚੈੱਕ ਕਰਾਂਗੇ ਕਿ ਸਾਡੀ ਜੋ ਕੰਡੀਸ਼ਨ ਹੈ ਉਹ ਟਰੂ ਹੈ ਜਾਂ ਫਾਲਸ ਹੈ। ਜਿਵੇਂ i ਦੀ ਵੈਲਿਊ 1 ਹੈ ਅਤੇ n ਦੀ ਵੈਲਿਊ 5 ਹੈ, i 5 ਤੋਂ ਛੋਟੀ ਹੈ, ਤਾਂ ਇਸ ਕੰਡੀਸ਼ਨ ਨੂੰ ਟਰੂ ਮੰਨਿਆ ਜਾਏਗਾ ਤਾਂ ਸਾਡੀ ਸਕਰੀਨ ਦੇ ਉੱਪਰ 1 ਪ੍ਰਿੰਟ ਹੋ ਜਾਏਗਾ ਅਤੇ i ਦੇ ਵਿੱਚ 1 ਐਡ ਹੋ ਜਾਏਗਾ, i ਦੀ ਵੈਲਿਊ ਹੋ ਜਾਏਗੀ 2। ਸੈਕਿੰਡ ਟਾਈਮ ਫਿਰ i ਨੂੰ n ਨਾਲ ਕੰਪੇਅਰ ਕੀਤਾ ਜਾਏਗਾ ਅਤੇ ਜੋ i ਦੀ ਵੈਲਿਊ ਹੋਏਗੀ ਅਗਰ n ਤੋਂ ਛੋਟੀ ਹੈ ਤਾਂ ਸਕਰੀਨ ਦੇ ਉੱਪਰ i ਦੀ ਵੈਲਿਊ ਪ੍ਰਿੰਟ ਹੋ ਜਾਏਗੀ,
ਅਤੇ i ਦੇ ਵਿੱਚ 1 ਹੋਰ ਐਡ ਹੋ ਜਾਏਗਾ। ਯਾਨੀ ਕਿ ਇਹ ਸਟੇਟਮੈਂਟ ਓਨੇ ਟਾਈਮ ਤੱਕ ਰਿਪੀਟ ਹੁੰਦੀਆਂ ਰਹਿਣਗੀਆਂ ਜਿੰਨੇ ਟਾਈਮ ਤੱਕ i ਦੀ ਵੈਲਿਊ 6 ਨਹੀਂ ਹੋ ਜਾਂਦੀ। ਜਦੋਂ ਹੀ i ਦੀ ਵੈਲਿਊ 6 ਹੁੰਦੀ ਹੈ ਤਾਂ ਸਾਡੀ ਜੋ ਕੰਡੀਸ਼ਨ ਹੈ ਉਹ ਫਾਲਸ ਹੋ ਜਾਂਦੀ ਹੈ ਅਤੇ ਅਸੀਂ ਫੋਰ ਲੂਪ ਦੇ ਜੋ ਵੀ ਇਸਦੀ ਬੋਡੀ ਹੈ ਉਸ ਵਿੱਚ ਐਂਟਰ ਨਹੀਂ ਹੋਵਾਂਗੇ, ਸਾਡਾ ਕੰਟਰੋਲ ਫੋਰ ਲੂਪ ਤੋਂ ਬਾਹਰ ਚਲਾ ਜਾਵੇਗਾ। ਨੈਕਸਟ ਜੋ ਸਾਡੀ ਲੂਪਿੰਗ ਸਟੇਟਮੈਂਟ ਹੈ ਉਸਨੂੰ ਅਸੀਂ ਬੋਲਦੇ ਹਾਂ ਵਾਈਲ ਲੂਪ। ਵਾਈਲ ਲੂਪ ਦੇ ਵਿੱਚ ਸਟੇਟਮੈਂਟ ਨੂੰ ਉਦੋਂ ਤੱਕ ਦੁਹਰਾਇਆ ਜਾਂਦਾ ਹੈ ਜਦੋਂ ਤੱਕ ਦਿੱਤੀ ਗਈ ਟੈਸਟ ਕੰਡੀਸ਼ਨ ਟਰੂ ਰਹਿੰਦੀ ਹੈ। ਫੋਰ ਲੂਪ ਦੇ ਵਾਂਗ ਜਦੋਂ ਵੀ ਇਸ ਵਿੱਚ ਟੈਸਟ ਕੰਡੀਸ਼ਨ ਫਾਲਸ ਹੁੰਦੀ ਹੈ ਉਸ ਤੋਂ ਬਾਅਦ ਸਾਡਾ ਜੋ ਕੰਟਰੋਲ ਹੈ ਉਹ ਵਾਈਲ ਲੂਪ ਦੀ ਬੋਡੀ ਵਿੱਚ ਨਹੀਂ ਆਏਗਾ ਅਤੇ ਵਾਈਲ ਲੂਪ ਤੋਂ ਬਾਹਰ ਚਲਾ ਜਾਏਗਾ। ਬਟ ਜਦੋਂ ਤੱਕ ਸਾਡੀ ਜੋ ਕੰਡੀਸ਼ਨ ਹੈ ਅਗਰ ਤਾਂ ਉਹ ਟਰੂ ਰਹਿੰਦੀ ਹੈ ਤਾਂ ਹਰ ਟਾਈਮ ਟਰੂ ਹੋਣ ਤੋਂ ਬਾਅਦ ਸਾਡਾ ਜੋ ਕੰਟਰੋਲ ਹੈ ਵਾਈਲ ਲੂਪ ਦੀ ਬੋਡੀ ਵਿੱਚ ਆਏਗਾ ਅਤੇ ਜੋ ਸਟੇਟਮੈਂਟਸ ਨੇ ਉਹਨਾਂ ਨੂੰ ਐਗਜ਼ੀਕਿਊਟ ਕਰੇਗਾ। ਜਿਵੇਂ ਅਸੀਂ ਇਸ ਪ੍ਰੋਗਰਾਮ ਦੀ ਅਗਰ ਗੱਲ ਕਰਦੇ ਹਾਂ ਤਾਂ ਅਸੀਂ ਇੱਕ i ਵੇਰੀਏਬਲ ਆ ਜਿਸ ਨੂੰ ਅਸੀਂ ਵੈਲਿਊ ਦਿੱਤੀ 10। ਉਸ ਤੋਂ ਬਾਅਦ ਇਹ ਸਾਡਾ ਫਸਟ ਸਟੈਪ ਸੀ ਜਿਸ ਵਿੱਚ ਅਸੀਂ i ਦੀ ਵੈਲਿਊ ਨੂੰ ਇਨੀਸ਼ੀਅਲਾਈਜ਼ ਕੀਤਾ ਅਤੇ ਵਾਈਲ ਦੇ ਵਿੱਚ ਅਸੀਂ ਇੱਕ ਕੰਡੀਸ਼ਨ ਲਗਾਈ ਕਿ i ਦੀ ਵੈਲਿਊ 1 ਤੋਂ ਜ਼ਿਆਦਾ ਹੈ ਜਾਂ 1 ਦੇ ਬਰਾਬਰ ਹੈ। ਯਾਨੀ ਕਿ ਵਾਈਲ ਲੂਪ ਉਦੋਂ ਤੱਕ ਕੰਮ ਕਰੇਗੀ ਜਦੋਂ ਤੱਕ i ਦੀ ਵੈਲਿਊ 1 ਤੋਂ ਜ਼ਿਆਦਾ ਜਾਂ 1 ਦੇ ਬਰਾਬਰ ਹੁੰਦੀ ਹੈ। ਅਗਰ i ਦੀ ਵੈਲਿਊ 0 ਹੋ ਜਾਂਦੀ ਹੈ ਜਾਂ ਮਾਈਨਸ 'ਚ ਚਲੀ ਜਾਂਦੀ ਹੈ ਤਾਂ ਵਾਈਲ ਲੂਪ ਕੰਮ ਨਹੀਂ ਕਰੇਗੀ। ਅਗਰ ਸਾਡੀ ਇਹ ਕੰਡੀਸ਼ਨ ਟਰੂ ਹੁੰਦੀ ਹੈ ਤਾਂ i ਦੀ ਵੈਲਿਊ ਪ੍ਰਿੰਟ ਹੋਏਗੀ ਅਤੇ ਇਸ ਦੇ ਨਾਲ ਹੀ i ਦੇ ਵਿੱਚੋਂ 2 ਮਾਈਨਸ ਹੋ ਜਾਵੇਗਾ ਯਾਨੀ ਕਿ i ਦੀ ਵੈਲਿਊ 8 ਹੋ ਜਾਵੇਗੀ। 1 ਬਾਈ 1 ਇਹ ਸਾਰੀਆਂ ਸਟੇਟਮੈਂਟ ਉਦੋਂ ਤੱਕ ਰਿਪੀਟ ਹੁੰਦੀਆਂ ਰਹਿਣਗੀਆਂ ਜਦੋਂ ਤੱਕ i ਦੀ ਵੈਲਿਊ 0 ਨਹੀਂ ਹੋ ਜਾਂਦੀ। ਜਦੋਂ ਵੀ i ਦੀ ਵੈਲਿਊ 0 ਹੋ ਜਾਵੇਗੀ ਉਸੇ ਹੀ ਟਾਈਮ ਸਾਡਾ ਜੋ ਕੰਟਰੋਲ ਹੈ ਵਾਈਲ ਦੀ ਬੋਡੀ ਵਿੱਚੋਂ ਬਾਹਰ ਆ ਜਾਵੇਗਾ। ਇਸ ਨੂੰ ਅਸੀਂ ਬੋਲਦੇ ਹਾਂ ਵਾਈਲ ਲੂਪ ਸਟੇਟਮੈਂਟ। ਥਰਡ ਜੋ ਸਾਡੀ ਲੂਪ ਸਟੇਟਮੈਂਟ ਹੁੰਦੀ ਹੈ ਉਸ ਨੂੰ ਅਸੀਂ ਡੂ ਵਾਈਲ ਸਟੇਟਮੈਂਟ ਬੋਲਦੇ ਹਾਂ। ਇਹਦੇ ਵਿੱਚ ਕੀ ਹੁੰਦਾ ਹੈ ਕਿ ਡੂ ਵਾਈਲ ਦੇ ਵਿੱਚ ਸਭ ਤੋਂ ਪਹਿਲਾਂ ਵੈਲਿਊ ਨੂੰ ਇਨੀਸ਼ੀਅਲਾਈਜ਼ ਕਰਾਇਆ ਜਾਂਦਾ ਹੈ, ਉਸ ਤੋਂ ਬਾਅਦ ਇੰਕਰੀਮੈਂਟ ਜਾਂ ਡਿਕਰੀਮੈਂਟ ਹੁੰਦਾ ਹੈ ਅਤੇ ਥਰਡ ਤੇ ਕੰਡੀਸ਼ਨ ਹੈ ਉਹ ਚੈੱਕ ਹੁੰਦੀ ਹੈ। ਪਰ ਫੋਰ ਅਤੇ ਵਾਈਲ ਲੂਪ ਦੇ ਵਿੱਚ ਕੀ ਹੁੰਦਾ ਸੀ, ਪਹਿਲਾਂ ਵੈਲਿਊ ਇਨੀਸ਼ੀਅਲਾਈਜ਼ ਹੁੰਦੀ ਸੀ, ਫਿਰ ਉਸ ਤੋਂ ਬਾਅਦ ਸਾਡੀ ਜੋ ਕੰਡੀਸ਼ਨ ਸੀ ਉਹ ਚੈੱਕ ਹੁੰਦੀ ਸੀ ਅਤੇ ਲਾਸਟ ਉੱਤੇ ਇੰਕਰੀਮੈਂਟ ਜਾਂ ਡਿਕਰੀਮੈਂਟ ਹੁੰਦਾ। ਸੋ ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਇਸ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜਿਸ ਵਿੱਚ ਅਸੀਂ ਇੱਕ i ਵੇਰੀਏਬਲ ਅਤੇ ਇੱਕ n ਵੇਰੀਏਬਲ ਨੂੰ ਡਿਕਲੇਅਰ ਕਰਦੇ ਹਾਂ ਅਤੇ i ਨੂੰ ਅਸੀਂ 1 ਵੈਲਿਊ ਇਨੀਸ਼ੀਅਲਾਈਜ਼ ਕਰਵਾਉਂਦੇ ਹਾਂ। ਅਸੀਂ ਕੀਬੋਰਡ ਤੋਂ ਡਿਮਾਂਡ ਕਰਦੇ ਹਾਂ ਕਿ n ਦੀ ਜੋ ਵੈਲਿਊ ਹੈ ਉਹ ਐਂਟਰ ਕੀਤੀ ਜਾਵੇ। ਜਿਵੇਂ ਅਸੀਂ n ਦੀ ਵੈਲਿਊ ਅਸੀਂ 10 ਐਂਟਰ ਕਰਦੇ ਹਾਂ। ਇਸ ਵਿੱਚ ਕੀ ਹੋਏਗਾ ਕਿ ਜਿਸ ਜਗ੍ਹਾ ਦੇ ਉੱਪਰ ਅਸੀਂ ਲਿਖਿਆ ਹੈ i ਅਸਾਈਨਮੈਂਟ 1 ਇਹ ਸਾਡਾ ਫਸਟ ਐਕਸਪ੍ਰੈਸ਼ਨ ਹੈ ਜਿਸ ਵਿੱਚ ਅਸੀਂ i ਨੂੰ ਕੋਈ ਵੈਲਿਊ ਇਨੀਸ਼ੀਅਲਾਈਜ਼ ਕਰਵਾ ਰਹੇ ਹਾਂ। ਸੈਕਿੰਡ ਸਾਡਾ ਜੋ ਐਕਸਪ੍ਰੈਸ਼ਨ ਹੈ ਜਿਸ ਵਿੱਚ ਅਸੀਂ i ਦੇ ਵਿੱਚ ਕਿਸੇ ਵੈਲਿਊ ਨੂੰ ਐਡ ਕਰ ਰਹੇ ਹਾਂ ਜਾਂ ਕਿਸੇ ਵੈਲਿਊ ਨੂੰ ਘਟਾ ਸਕਦੇ ਹਾਂ ਯਾਨੀ ਕਿ ਇੰਕਰੀਮੈਂਟ ਜਾਂ ਡਿਕਰੀਮੈਂਟ ਕਰਵਾ ਸਕਦੇ ਹਾਂ। ਅਤੇ ਥਰਡ ਐਕਸਪ੍ਰੈਸ਼ਨ ਦੇ ਵਿੱਚ ਕੀ ਹੋਏਗਾ ਕਿ ਸਾਡੀ ਜੋ ਕੰਡੀਸ਼ਨ ਹੈ ਉਹ ਚੈੱਕ ਹੋਏਗੀ। ਡੂ ਵਾਈਲ ਲੂਪ ਅਤੇ ਫੋਰ ਅਤੇ ਵਾਈਲ ਲੂਪ ਦੇ ਵਿੱਚ ਡਿਫਰੈਂਸ ਕੀ ਹੈ, ਯਾਨੀ ਕਿ ਫੋਰ ਅਤੇ ਵਾਈਲ ਲੂਪ ਨੂੰ ਅਸੀਂ ਪ੍ਰੀ ਟੈਸਟ ਲੂਪ ਬੋਲਦੇ ਹਾਂ ਯਾਨੀ ਕਿ ਉਸ ਦੇ ਵਿੱਚ ਕੰਡੀਸ਼ਨ ਪਹਿਲਾਂ ਚੈੱਕ ਹੁੰਦੀ ਹੈ ਅਤੇ ਜੋ ਇੰਕਰੀਮੈਂਟ ਜਾਂ ਡਿਕਰੀਮੈਂਟ ਹੈ ਉਹ ਬਾਅਦ ਵਿੱਚ ਹੁੰਦਾ ਹੈ। ਪਰ ਡੂ ਵਾਈਲ ਲੂਪ ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਇੰਕਰੀਮੈਂਟ ਜਾਂ ਡਿਕਰੀਮੈਂਟ ਹੁੰਦਾ ਹੈ ਅਤੇ ਕੰਡੀਸ਼ਨ ਲਾਸਟ ਉੱਪਰ ਚੈੱਕ ਹੁੰਦੀ ਹੈ। ਸੋ ਜਦੋਂ ਪ੍ਰੋਗਰਾਮ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ ਤਾਂ n ਨੂੰ ਜੋ ਵੈਲਿਊ ਦਿੱਤੀ ਜਾਂਦੀ ਹੈ ਤੁਸੀਂ ਕੋਈ ਵੀ ਵੈਲਿਊ ਦੇ ਸਕਦੇ ਹੋ। ਜਿਵੇਂ ਅਸੀਂ ਪ੍ਰੋਗਰਾਮ ਦੇ ਵਿੱਚ 10 ਵੈਲਿਊ ਐਡ ਕਰਦੇ ਹਾਂ ਤਾਂ ਸਾਡੀ ਸਕਰੀਨ ਉੱਪਰ ਇੱਕ ਮੈਸੇਜ ਪ੍ਰਿੰਟ ਹੋਏਗਾ, i ਦੀ ਵੈਲਿਊ ਜੋ 1 ਹੋਏਗੀ ਸਾਡੀ ਸਕਰੀਨ ਉੱਪਰ ਪ੍ਰਿੰਟ ਹੋ ਜਾਏਗੀ। ਉਸ ਤੋਂ ਬਾਅਦ i ਦੇ ਵਿੱਚ 2 ਨੂੰ ਅਸੀਂ ਐਡ ਕਰ ਦਾਂਗੇ ਯਾਨੀ ਕਿ i ਦੀ ਵੈਲਿਊ 3 ਹੋ ਜਾਏਗੀ ਅਤੇ ਲਾਸਟ ਉੱਪਰ ਕੰਡੀਸ਼ਨ ਨੂੰ ਚੈੱਕ ਕੀਤਾ ਜਾਏਗਾ ਕਿ i ਦੀ ਵੈਲਿਊ ਜੋ 3 ਹੈ ਉਹ n ਤੋਂ ਛੋਟੀ ਹੈ ਜਾਂ ਨਹੀਂ। ਸਾਡੀ ਜੋ 3 ਵੈਲਿਊ ਹੈ 10 ਨਾਲੋਂ ਛੋਟੀ ਹੈ, ਇਸ ਕਰਕੇ ਅਸੀਂ ਦੁਬਾਰਾ ਡੂ ਦੀ ਬੋਡੀ ਦੇ ਵਿੱਚ ਆ ਜਾਵਾਂਗੇ ਅਤੇ ਪ੍ਰਿੰਟ ਕਰਾਂਗੇ i ਦੀ ਵੈਲਿਊ ਜੋ ਕੀ ਹੈ 3। ਦੁਬਾਰਾ ਫਿਰ 3 ਦੇ ਵਿੱਚ 2 ਐਡ ਹੋਏਗਾ, i ਦੀ ਵੈਲਿਊ 5 ਹੋਏਗੀ। n ਦੇ ਨਾਲ ਉਸ ਨੂੰ ਕੰਡੀਸ਼ਨ ਨੂੰ ਚੈੱਕ ਕੀਤਾ ਜਾਏਗਾ, ਅਗਰ ਟਰੂ ਹੈ ਤਾਂ ਦੁਬਾਰਾ ਅਸੀਂ ਫਿਰ ਡੂ ਦੀ ਬੋਡੀ ਵਿੱਚ ਐਂਟਰ ਹੋਵਾਂਗੇ, i ਦੀ ਵੈਲਿਊ ਪ੍ਰਿੰਟ ਹੋਏਗੀ, ਇੰਕਰੀਮੈਂਟ ਜਾਂ ਡਿਕਰੀਮੈਂਟ ਹੋਏਗਾ ਅਤੇ ਦੁਬਾਰਾ ਤੋਂ ਹੀ ਕੰਡੀਸ਼ਨ ਨੂੰ ਚੈੱਕ ਕੀਤਾ ਜਾਏਗਾ। ਯਾਨੀ ਕਿ ਓਨੇ ਟਾਈਮ ਤੱਕ ਇਹ ਪ੍ਰੋਸੈਸ ਸਾਡਾ ਰਿਪੀਟ ਹੁੰਦਾ ਰਹੇਗਾ ਜਦੋਂ ਤੱਕ ਸਾਡੀ i ਦੀ ਵੈਲਿਊ n ਤੋਂ ਜ਼ਿਆਦਾ ਨਹੀਂ ਹੋ ਜਾਂਦੀ। ਜਦੋਂ ਹੀ ਸਾਡੀ i ਦੀ ਵੈਲਿਊ
10 ਤੋਂ ਜ਼ਿਆਦਾ ਹੁੰਦੀ ਹੈ ਤਾਂ ਸਾਡੀ ਜੋ ਕੰਡੀਸ਼ਨ ਹੈ ਉਹ ਖਤਮ ਹੋ ਜਾਂਦੀ ਹੈ। ਇਸ ਜਗ੍ਹਾ ਤੇ ਸਾਡੀ ਡੂ ਲੂਪ ਕੰਮ ਕਰਨਾ ਬੰਦ ਕਰ ਦੇਗੀ ਅਤੇ ਸਾਡਾ ਜੋ ਕੰਟਰੋਲ ਹੈ ਅਗਲੀ ਸਟੇਟਮੈਂਟ ਦੇ ਉੱਪਰ ਮੂਵ ਹੋ ਜਾਏਗਾ। ਇਹ ਸੀ ਤੁਹਾਡੀ ਡੂ ਵਾਈਲ ਲੂਪ। ਤਿੰਨੋਂ ਲੂਪ ਨੇ, ਤਿੰਨਾਂ ਦਾ ਕੰਮ ਸੇਮ ਹੈ, ਬਸ ਲਿਖਣ ਦੇ ਤਰੀਕੇ ਦੇ ਵਿੱਚ ਹੀ ਡਿਫਰੈਂਸ ਹੈ। ਪਰ ਅਗਰ ਇਹਨਾਂ ਦੇ ਕੰਮ ਦੀ ਗੱਲ ਕਰਦੇ ਹਾਂ ਤਾਂ ਤਿੰਨੇ ਹੀ ਸੇਮ ਤਰੀਕੇ ਦੇ ਨਾਲ ਕੰਮ ਕਰਦੀਆਂ। ਫਰਕ ਸਿਰਫ ਇੰਨਾ ਹੈ ਕਿ ਫੋਰ ਲੂਪ ਅਤੇ ਵਾਈਲ ਲੂਪ ਦੇ ਵਿੱਚ ਜੋ ਕੰਡੀਸ਼ਨ ਹੈ ਉਹ ਪਹਿਲਾਂ ਚੈੱਕ ਕੀਤੀ ਜਾਂਦੀ ਹੈ ਤੇ ਇੰਕਰੀਮੈਂਟ ਜਾਂ ਡਿਕਰੀਮੈਂਟ ਬਾਅਦ ਦੇ ਵਿੱਚ ਹੁੰਦਾ ਹੈ। ਪਰ ਡੂ ਵਾਈਲ ਲੂਪ ਦੇ ਵਿੱਚ ਕੰਡੀਸ਼ਨ ਲਾਸਟ ਉੱਪਰ ਚੈੱਕ ਕੀਤੀ ਜਾਂਦੀ ਹੈ ਅਤੇ ਇੰਕਰੀਮੈਂਟ ਜਾਂ ਡਿਕਰੀਮੈਂਟ ਉਹ ਪਹਿਲਾਂ ਹੋ ਜਾਂਦਾ ਹੈ। ਨੈਕਸਟ ਸਾਡੀਆਂ ਜੋ ਤੀਸਰੀ ਪ੍ਰਕਾਰ ਦੀਆਂ ਕੰਟਰੋਲ ਸਟੇਟਮੈਂਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਜੰਪਿੰਗ ਕੰਟਰੋਲ ਸਟੇਟਮੈਂਟਸ ਬੋਲਦੇ ਹਾਂ। ਜੰਪਿੰਗ ਕੰਟਰੋਲ ਸਟੇਟਮੈਂਟ ਦਾ ਕੀ ਕੰਮ ਹੈ ਕਿ ਇਹ ਤੁਹਾਡੇ ਪ੍ਰੋਗਰਾਮ ਦੇ ਜੋ ਕੰਟਰੋਲ ਨੂੰ ਇੱਕ ਜਗ੍ਹਾ ਤੋਂ ਜੰਪ ਕਰਾ ਕੇ ਕਿਸੇ ਹੋਰ ਸਟੇਟਮੈਂਟ ਦੇ ਉੱਪਰ ਲੈ ਕੇ ਜਾ ਸਕਦੀਆਂ ਨੇ। ਸੀ ਪ੍ਰੋਗਰਾਮਿੰਗ ਵਿੱਚ ਜੰਪਿੰਗ ਸਟੇਟਮੈਂਟ ਦੀ ਵਰਤੋਂ ਇੱਕ ਪ੍ਰੋਗਰਾਮ ਦੇ ਵਹਾਅ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਇਹਨਾਂ ਸਟੇਟਮੈਂਟ ਦੀ ਵਰਤੋਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਟ੍ਰਾਂਸਫਰ ਕਰ ਸਕਦੇ ਹਾਂ। ਆਮ ਤੌਰ ਤੇ ਤਿੰਨ ਤਰ੍ਹਾਂ ਦੀਆਂ ਸਾਡੇ ਕੋਲ ਜੰਪਿੰਗ ਸਟੇਟਮੈਂਟ ਅਵੇਲੇਬਲ ਨੇ, ਜਿਵੇਂ ਗੋ ਟੂ ਸਟੇਟਮੈਂਟ, ਬ੍ਰੇਕ ਸਟੇਟਮੈਂਟ ਅਤੇ ਕੰਟੀਨਿਊ ਸਟੇਟਮੈਂਟ। ਗੋ ਟੂ ਸਟੇਟਮੈਂਟ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਗੋ ਟੂ ਸਟੇਟਮੈਂਟ ਤੋਂ ਕੀ ਭਾਵ ਹੈ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਉਸਦੀ ਐਗਜ਼ੀਕਿਊਸ਼ਨ ਹੈ ਉਸ ਨੂੰ ਇੱਕ ਜਗ੍ਹਾ ਤੋਂ ਮੂਵ ਕਰਕੇ ਕਿਸੇ ਖਾਸ ਜਗ੍ਹਾ ਦੇ ਉੱਪਰ ਲੈ ਕੇ ਜਾ ਸਕਦੇ ਹਾਂ। ਗੋ ਟੂ ਸਟੇਟਮੈਂਟ ਦੇ ਨਾਲ ਅਸੀਂ ਇੱਕ ਲੇਬਲ ਨੂੰ ਯੂਜ਼ ਕਰਦੇ ਹਾਂ। ਜਿਸ ਜਗ੍ਹਾ ਤੇ ਵੀ ਅਸੀਂ ਉਸ ਲੇਬਲ ਨੂੰ ਲਿਖਿਆ ਹੋਏਗਾ ਸਾਡੇ ਗੋ ਟੂ ਦਾ ਜੋ ਵੀ ਕੰਟਰੋਲ ਹੈ ਉਸ ਜਗ੍ਹਾ ਦੇ ਉੱਪਰ ਮੂਵ ਹੋ ਜਾਵੇਗਾ, ਯਾਨੀ ਕਿ ਸਾਡੀਆਂ ਬਾਕੀ ਸਟੇਟਮੈਂਟਸ ਜਿਹੜੀਆਂ ਨੇ ਉਹ ਸਕਿਪ ਹੋ ਜਾਣਗੀਆਂ ਅਤੇ ਸਾਡੇ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਸਾਡੇ ਲੇਬਲ ਦੇ ਉੱਪਰ ਚਲੀ ਜਾਏਗੀ ਅਤੇ ਲੇਬਲ ਤੋਂ ਬਾਅਦ ਦੀਆਂ ਜਿੰਨੀਆਂ ਵੀ ਸਟੇਟਮੈਂਟਸ ਨੇ ਉਹ ਐਗਜ਼ੀਕਿਊਟ ਹੋ ਜਾਣਗੀਆਂ। ਉਦਾਹਰਨ ਦੇ ਤੌਰ ਤੇ ਅਗਰ ਅਸੀਂ ਆਪਣੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਜਿਵੇਂ ਅਸੀਂ ਇਸ ਵਿੱਚ ਇੱਕ i ਦੀ ਵੈਲਿਊ 1 ਅਸਾਈਨ ਕੀਤੀ ਹੋਈ ਹੈ ਅਤੇ ਅਸੀਂ ਇੱਕ ਲੇਬਲ ਯੂਜ਼ ਕੀਤਾ ਜਿਸ ਦਾ ਅਸੀਂ ਨਾਮ ਰੱਖਿਆ ਕੈਪੀਟਲ ਲੈਟਰ ਦੇ ਵਿੱਚ ਸਟਾਰਟ, ਤੇ ਉਹਦੇ ਲਾਸਟ ਉੱਪਰ ਅਸੀਂ ਉਸਨੂੰ ਕੋਲਨ ਦੇ ਨਾਲ ਬੰਦ ਕੀਤਾ ਹੈ। ਪ੍ਰਿੰਟਐਫ ਦੇ ਨਾਲ ਅਸੀਂ i ਦੀ ਵੈਲਿਊ ਨੂੰ ਪ੍ਰਿੰਟ ਕਰਵਾ ਰਹੇ ਹਾਂ ਅਤੇ i ਦੀ ਵੈਲਿਊ ਦੇ ਵਿੱਚ 1 ਐਡ ਕਰ ਰਹੇ ਹਾਂ ਅਤੇ ਉਸ ਦੇ ਨਾਲ ਅਸੀਂ ਇੱਕ ਕੰਡੀਸ਼ਨ ਨੂੰ ਯੂਜ਼ ਕਰ ਰਹੇ ਹਾਂ ਕਿ ਇਫ i ਲੈਸ ਦੈਨ ਇਕੁਅਲ 5, ਕਿ ਜਦੋਂ ਤੱਕ i ਦੀ ਵੈਲਿਊ 5 ਤੋਂ ਘੱਟ ਜਾਂ 5 ਦੇ ਬਰਾਬਰ ਨਹੀਂ ਹੁੰਦੀ ਉਦੋਂ ਤੱਕ ਸਾਡਾ ਟਰੂ ਪਾਰਟ ਐਗਜ਼ੀਕਿਊਟ ਹੋ ਜਾਵੇ। ਜਦੋਂ ਹੀ i ਦੀ ਵੈਲਿਊ 5 ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਸਾਡਾ ਟਰੂ ਪਾਰਟ ਐਗਜ਼ੀਕਿਊਟ ਨਹੀਂ ਹੋਏਗਾ, ਅਸੀਂ ਸਿੰਪਲ ਇਫ ਤੋਂ ਬਾਹਰ ਚਲੇ ਜਾਵਾਂਗੇ। ਇਸ ਜਗ੍ਹਾ ਦੇ ਉੱਪਰ i ਦੀ ਵੈਲਿਊ ਪ੍ਰਿੰਟ ਹੋਏਗੀ ਅਤੇ ਉਸ ਵਿੱਚ 1 ਐਡ ਹੋ ਜਾਵੇਗਾ। ਫਿਰ i ਦੀ ਕੰਡੀਸ਼ਨ ਚੈੱਕ ਹੋਏਗੀ, i ਦੀ ਵੈਲਿਊ 5 ਨਾਲੋਂ ਛੋਟੀ ਹੈ ਤਾਂ ਅਸੀਂ ਗੋ ਟੂ ਦੀ ਮਦਦ ਦੇ ਨਾਲ ਕਿੱਥੇ ਚਲੇ ਜਾਵਾਂਗੇ, ਜਿੱਥੇ ਅਸੀਂ ਸਟਾਰਟ ਲੇਬਲ ਨੂੰ ਯੂਜ਼ ਕੀਤਾ ਹੈ, ਯਾਨੀ ਕਿ ਸਾਡਾ ਜੋ ਕੰਟਰੋਲ ਹੈ ਅਗੇਨ ਸਟਾਰਟ ਉੱਪਰ ਚਲਾ ਜਾਵੇਗਾ। ਫਿਰ i ਦੀ ਵੈਲਿਊ ਪ੍ਰਿੰਟ ਹੋਏਗੀ, i ਵਿੱਚ ਇੰਕਰੀਮੈਂਟ ਹੋਏਗਾ 1 ਦਾ, ਕੰਡੀਸ਼ਨ ਚੈੱਕ ਹੋਏਗੀ, ਫਿਰ ਗੋ ਟੂ ਸਾਨੂੰ ਸਟਾਰਟ ਦੇ ਉੱਪਰ ਲੈ ਕੇ ਜਾਵੇਗਾ। ਯਾਨੀ ਕਿ ਗੋ ਟੂ ਸਟੇਟਮੈਂਟ ਓਨੇ ਟਾਈਮ ਤੱਕ ਐਗਜ਼ੀਕਿਊਟ ਹੋਵੇਗੀ ਜਿੰਨੇ ਟਾਈਮ ਤੱਕ ਸਾਡੀ ਇਫ ਜੋ ਸਟੇਟਮੈਂਟ ਹੈ ਫਾਲਸ ਨਹੀਂ ਹੋ ਜਾਂਦੀ। ਅਸੀਂ ਗੋ ਟੂ ਦੀ ਮਦਦ ਦੇ ਨਾਲ ਕੁਝ ਸਟੇਟਮੈਂਟਸ ਨੂੰ ਸਕਿਪ ਕਰ ਸਕਦੇ ਹਾਂ, ਉਹਨਾਂ ਤੋਂ ਜੰਪ ਕਰਾ ਕੇ ਕਿਸੇ ਹੋਰ ਸਟੇਟਮੈਂਟ ਦੇ ਉੱਪਰ ਮੂਵ ਹੋ ਸਕਦੇ ਹਾਂ। ਗੋ ਟੂ ਸਟੇਟਮੈਂਟ ਦੇ ਵਾਂਗ ਇੱਕ ਬ੍ਰੇਕ ਸਟੇਟਮੈਂਟ ਸਾਡੇ ਕੋਲ ਹੁੰਦੀ ਹੈ ਜਿਸ ਨੂੰ ਅਸੀਂ ਜੰਪਿੰਗ ਸਟੇਟਮੈਂਟ ਬੋਲਦੇ ਹਾਂ। ਬ੍ਰੇਕ ਸਟੇਟਮੈਂਟ ਲੂਪ ਜਾਂ ਸਵਿਚ ਸਟੇਟਮੈਂਟ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ। ਬ੍ਰੇਕ ਸਟੇਟਮੈਂਟ ਜਿਵੇਂ ਇਸ ਦੇ ਨਾਮ ਤੋਂ ਹੀ ਕਲੀਅਰ ਹੁੰਦਾ ਹੈ ਕਿ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਿਸੇ ਇੱਕ ਸਟੇਟਮੈਂਟ ਦੀ ਐਗਜ਼ੀਕਿਊਸ਼ਨ ਨੂੰ ਖਤਮ ਕਰਨਾ ਜਾਂ ਇੱਕ ਬਲੌਕ ਦੀ ਐਗਜ਼ੀਕਿਊਸ਼ਨ ਨੂੰ ਖਤਮ ਕਰਕੇ ਕਿਸੇ ਹੋਰ ਜਗ੍ਹਾ ਦੇ ਉੱਪਰ ਮੂਵ ਹੋ ਜਾਣਾ। ਜਿਵੇਂ ਅਸੀਂ ਆਪਣੇ ਪੁਰਾਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਅਸੀਂ ਡੇਜ਼ ਦੇ ਵਿੱਚ ਕੁਝ ਵੈਲਿਊ ਨੂੰ ਐਡ ਕਰਾ ਰਹੇ ਹਾਂ ਅਤੇ ਜਦੋਂ ਡੇ ਦੀ ਵੈਲਿਊ 1 ਹੋਏਗੀ ਤਾਂ ਮੰਡੇ ਪ੍ਰਿੰਟ ਹੋਵੇ, ਡੇ ਦੀ ਵੈਲਿਊ 2 ਹੋਏਗੀ ਤਾਂ ਟਿਊਜ਼ਡੇ ਪ੍ਰਿੰਟ ਹੋਵੇ, 1 ਬਾਏ 1 ਸਾਡੇ ਜੋ ਡੇਜ਼ ਨੇਮ ਨੇ ਉਹ ਪ੍ਰਿੰਟ ਹੋ ਜਾਣ। ਬਟ ਇਸ ਵਿੱਚ ਇੱਕ ਚੀਜ਼ ਧਿਆਨ ਰੱਖਣ ਦੀ ਲੋੜ ਹੈ ਕਿ ਜਦੋਂ ਵੀ ਡੇ ਦੀ ਵੈਲਿਊ 1 ਹੋਏਗੀ, ਜਦੋਂ ਉਸਨੂੰ ਕੇਸ ਦੀ ਵੈਲਿਊ ਨਾਲ ਕੰਪੇਅਰ ਕੀਤਾ ਜਾਂਦਾ ਹੈ, ਉਦਾਹਰਨ ਦੇ ਤੌਰ ਤੇ ਅਗਰ ਡੇ ਦੀ ਵੈਲਿਊ 1 ਹੈ ਤਾਂ ਸਾਡੀ ਸਕਰੀਨ ਦੇ ਉੱਪਰ ਮੰਡੇ ਪ੍ਰਿੰਟ ਹੋਏਗਾ ਅਤੇ ਉਸ ਤੋਂ ਬਾਅਦ ਜੋ ਸਟੇਟਮੈਂਟ ਹੈ ਬ੍ਰੇਕ, ਯਾਨੀ ਕਿ ਸਾਡੀ ਇਸ ਬੋਡੀ ਦੇ ਵਿੱਚੋਂ, ਯਾਨੀ ਕਿ ਇਸ ਬਲੌਕ ਦੇ ਵਿੱਚੋਂ ਜਿੰਨੀਆਂ ਵੀ ਸਟੇਟਮੈਂਟਸ ਨੇ ਉਹ ਸਾਰੀਆਂ ਹੀ ਬ੍ਰੇਕ ਹੋ ਜਾਣਗੀਆਂ, ਭਾਵ ਕਿ ਉਹਨਾਂ ਦੀ ਜੋ ਐਗਜ਼ੀਕਿਊਸ਼ਨ ਹੈ ਉਹ ਖਤਮ ਹੋ ਜਾਵੇਗੀ ਅਤੇ ਸਿੱਧਾ ਹੀ ਅਸੀਂ ਸਵਿਚ ਦੀ ਬੋਡੀ ਤੋਂ ਬਾਹਰ ਆ ਜਾਵਾਂਗੇ। ਅਗਰ ਸਾਡੇ ਕੇਸ ਦੀ ਵੈਲਿਊ 6 ਹੈ ਤਾਂ ਅਸੀਂ ਸੈਟਰਡੇ ਪ੍ਰਿੰਟ ਕਰਨ ਤੋਂ ਬਾਅਦ ਆਪਣੇ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਨੂੰ ਬ੍ਰੇਕ ਕਰਾਂਗੇ, ਯਾਨੀ ਕਿ ਬ੍ਰੇਕ ਉਦੋਂ ਹੋਵੇਗੀ ਜਦੋਂ ਸਾਡੀ ਕੋਈ ਖਾਸ ਕੰਡੀਸ਼ਨ ਟਰੂ ਹੁੰਦੀ ਹੈ। ਥਰਡ ਜੋ ਸਾਡੀ ਜੰਪਿੰਗ ਸਟੇਟਮੈਂਟ ਹੁੰਦੀ ਹੈ ਜਿਸ ਨੂੰ ਅਸੀਂ ਕੰਟੀਨਿਊ ਸਟੇਟਮੈਂਟ ਬੋਲਦੇ ਹਾਂ।
ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕਿਸੇ ਲੂਪ ਦੇ ਵਿੱਚ ਕੰਮ ਕਰ ਰਹੇ ਹੁੰਦੇ ਹਾਂ, ਅਸੀਂ ਕੁਝ ਵੈਲਿਊਜ਼ ਨੂੰ ਪ੍ਰਿੰਟ ਕਰਾ ਰਹੇ ਹੁੰਦੇ ਹਾਂ ਜਾਂ ਕੁਝ ਸਟੇਟਮੈਂਟਸ ਨੂੰ ਵਨ ਬਾਈ ਵਨ ਐਗਜ਼ੀਕਿਊਟ ਕਰ ਰਹੇ ਹੁੰਦੇ ਹਾਂ। ਤਾਂ ਅਗਰ ਤਾਂ ਅਸੀਂ ਚਾਹੁੰਦੇ ਹਾਂ ਕਿ ਕਿਸੇ ਖਾਸ ਕੰਡੀਸ਼ਨ 'ਤੇ ਆ ਕੇ ਅਸੀਂ ਕਿਸੇ ਖਾਸ ਸਟੇਟਮੈਂਟ ਨੂੰ ਐਗਜ਼ੀਕਿਊਟ ਨਾ ਕਰਾਈਏ ਜਾਂ ਕਿਸੇ ਖਾਸ ਵੈਲਿਊ ਨੂੰ ਸਕਰੀਨ ਉੱਤੇ ਪ੍ਰਿੰਟ ਨਾ ਕਰਾਈਏ, ਤਾਂ ਅਸੀਂ ਉਸ ਜਗ੍ਹਾ ਦੇ ਉੱਪਰ ਕੰਟੀਨਿਊ ਸਟੇਟਮੈਂਟ ਨੂੰ ਯੂਜ਼ ਕਰ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਅਗਰ ਅਸੀਂ ਕਿਸੇ ਜਗ੍ਹਾ ਦੇ ਉੱਪਰ ਲਿਖਿਆ ਹੈ ਕਿ i ਦੀ ਜੋ ਵੈਲਿਊ ਹੈ ਅਗਰ ਤਾਂ 1 ਹੁੰਦੀ ਹੈ, ਯਾਨੀ ਕਿ i ਦੀ ਵੈਲਿਊ 1 ਤੋਂ ਬਰਾਬਰ ਹੁੰਦੀ ਹੈ, ਤਾਂ ਉੱਥੇ ਸਾਡੀ ਕੰਟੀਨਿਊ ਸਟੇਟਮੈਂਟ ਐਗਜ਼ੀਕਿਊਟ ਹੋਵੇ, ਯਾਨੀ ਕਿ ਉਹ ਇਸ ਸਟੇਟਮੈਂਟ ਦੇ ਵਿੱਚ ਜਿਸ ਜਗ੍ਹਾ ਤੇ ਅਸੀਂ i ਦੀ ਵੈਲਿਊ 1 ਨੂੰ ਪ੍ਰਿੰਟ ਕਰਨਾ ਸੀ ਉਸਨੂੰ ਉਹ ਪ੍ਰਿੰਟ ਨਹੀਂ ਕਰੇਗੀ ਅਤੇ ਨੈਕਸਟ ਜੋ ਸਟੇਟਮੈਂਟ ਹੈ ਉਹਦੇ ਉੱਪਰ ਸਾਡਾ ਕੰਟਰੋਲ ਮੂਵ ਹੋ ਜਾਵੇਗਾ। ਸੋ ਇਹ ਸੀ ਤੁਹਾਡਾ ਚੈਪਟਰ ਨੰਬਰ 1, ਜਿਸ ਦੇ ਵਿੱਚ ਅਸੀਂ ਸੀ ਭਾਸ਼ਾ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਸ ਦੀ ਗੱਲ ਕੀਤੀ, ਜਿਨ੍ਹਾਂ ਦੇ ਵਿੱਚ ਅਸੀਂ ਇਫ ਸਟੇਟਮੈਂਟ ਦੀ ਗੱਲ ਕੀਤੀ ਜਾਂ ਸਵਿਚ ਸਟੇਟਮੈਂਟ ਦੀ ਗੱਲ ਕੀਤੀ, ਜਿਨ੍ਹਾਂ ਨੂੰ ਅਸੀਂ ਬ੍ਰਾਂਚਿੰਗ ਸਟੇਟਮੈਂਟਸ ਬੋਲਦੇ ਹਾਂ। ਉਸ ਦੇ ਨਾਲ ਹੀ ਅਸੀਂ ਲੂਪਿੰਗ ਸਟੇਟਮੈਂਟ ਦੀ ਗੱਲ ਕੀਤੀ ਅਤੇ ਨਾਲ ਦੀ ਨਾਲ ਅਸੀਂ ਜੰਪਿੰਗ ਸਟੇਟਮੈਂਟ ਦੀ ਗੱਲ ਕੀਤੀ। ਇਹ ਸਾਰੀਆਂ ਸਟੇਟਮੈਂਟਸ ਹੀ ਤੁਹਾਡੇ ਸੀ ਦੇ ਵਿੱਚ ਜਿਹੜਾ ਤੁਹਾਡੇ ਪ੍ਰੋਗਰਾਮ ਦਾ ਫਲੋ ਹੁੰਦਾ ਹੈ ਉਸਨੂੰ ਕੰਟਰੋਲ ਕਰਦੀਆਂ ਨੇ, ਉਸਦੀ ਐਗਜ਼ੀਕਿਊਸ਼ਨ ਨੂੰ ਕੰਟਰੋਲ ਕਰਦੀਆਂ ਨੇ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ। ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ, ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਜੋ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਸੀਂ ਉਹਨਾਂ ਨੂੰ ਦੇਖ ਸਕੋ ਅਤੇ ਆਪਣੀ ਸਟੱਡੀ ਨੂੰ ਕੰਟੀਨਿਊ ਰੱਖ ਸਕੋ। ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਥੈਂਕ